और मैं पहले ही किया सी कि चर्बी वाली बोटियां ना कट खानियां, वैसे तुसी बहुत स्लो हो गए हैं। एनीवेज नॉर्मली इदा किया जाता है कि पाकिस्तानी सियासत दे विच जिन्ने भी लोग करंट अफेयर्स दे प्रोग्राम्स करते हैं उन्हां दा एक बहुत लंबा एक सहाफती करियर होवे तां करके ही उन्हों मंजा होया सियासतदान समझा जाता है, तां ही उन्हों मंजा होया जिहड़ा ना करंट अफेयर एंकर समझा जाता, उन्होंने सहाफी समझा जाता है। लेकिन अज दे जिहड़े गेस्ट ने यकीन करो अज दे प्रोग्राम दे विच चार चंद लाउण वाले मेहमान ने मेरे कोल बैठे हुए जिहड़े उभरदे हुए सितारे ने, उभरदा होया टैलेंट है माशाअल्लाह। मैं तारुफ करवाती चाहां ज़ुहैब भट्ट जो कि माशाअल्लाह तुहानूं पर्सनैलिटी तो अंदाजा हो गया होएगा कि बहुत सख्त करख्त किस्म दे एंकर ने। और मुनीज़े मोइन मेरे नाल बैठे ने। मुनीज़े मोइन भी माशाअल्लाह इन्हां दा अच्छा एक सहाफती करियर है और बड़ी ग्रिप है इन्हां दी करंट अफेयर प्रोग्राम्स दे उत्ते। और बतूल राजपूत जी ईद मुबारक जी तुहानूं। खैर मुबारक। ठीक है एंड जे याद आया तो महसूस नहीं करना तुसी सारे नहीं सानू बड़ा अच्छा लग रहा है। बतूल राजपूत कौन नहीं जानदा इन्हां नूं, बड़ी बेबाक पर्सनैलिटी और बड़ा कटर जिहड़ा ना इन्हां दा तज्जिया हुंदा है और सहाफत नूं बड़े अच्छे तरीके नाल जानदे ने। बहुत शुक्रिया जी प्रोग्राम चाहण लई ते ईद मुबारक। ठीक है ते आखिरी तुसी दिता नहीं तारो ओदी की वजह है? वो तुसी कराउणा मैं कराउणा है यानी कि वो तुहाडे वसों बाहर है? हां जी मेरे भी वसों बाहर है। जी साडे नाल बैठी नूरा लाल पाकिस्तान दा बहुत वड्डा ना ते पंजाबी दी बहुत वड्डी सिंगर, बल्कि मैं कहांगा पाकिस्तान दी वड्डी सिंगर क्योंकि पंजाब भी पाकिस्तान दा ही हिस्सा है। ते वेलकम जी, बहुत बहुत ईद मुबारक। ਤੁਹਾਨੂੰ ਬਹੁਤ ਸਾਰਿਆਂ ਨੂੰ ਬਹੁਤ ਜ਼ਿਆਦਾ ਈਦ ਮੁਬਾਰਕ। ਤੇ ਕਹਿੰਦੇ ਨੇ ਕਿ ਕਹਿੰਦੀ ਕਿ ਤੁਸੀਂ ਚਰਬੀ ਖਾਦੀ ਤੇ ਸਲੋ ਹੋ ਗਏ। ਮੈਂ ਕਹਿੰਦੀ ਮੈਂ ਸਲੋ ਨਹੀਂ ਹੋਇਆ, ਮੇਰੇ 'ਚ ਇਸਤਕਾਮਤ ਆ ਗਈ। इस्तकामत आ गई, बिल्कुल सही। अच्छा सबसे पहले मैं जेड़ा सवाल वैसे व्हाट्सएप ਤੁਹਾਡੇ ਕੋਲ ਕਰਨਾ ਚਾਹਨੀ ਆ, बड़ा ਜ਼ਰੂਰੀ है करना भी क्योंकि आज ईद ਦਾ मौका भी है। ਕੀ ਸਮਝਦੇ ਹੋ ਇੱਕ ਸਹਾਫੀ ਦੀ ईद ਇੱਕ ਆਮ ਬੰਦੇ ਦੀ ईद ਨਾਲੋਂ ਕਿੰਨੀ ਕੁ ਮੁਖਤਲਿਫ ਹੁੰਦੀ ਹੈ? ਬਹੁਤ ਸ਼ੁਕਰੀਆ ਤੁਹਾਡਾ ਮੈਨੂੰ ਦਾਵਤ ਦੇਣ ਵਾਸਤੇ। ਮੈਂ ਬਾਬਰੀ ਸਾਹਿਬ ਮੈਂ ਕਹਿ ਰਿਹਾ ਸੀ ਕਿ ਲੱਗਦੀ ਮੇਮ ਜਿਹੀ ਏ ਤੇ ਬੋਲਦੀ ਪੰਜਾਬੀ ਏ ਤੇ ਅੱਛੀ ਲੱਗਦੀ ਹੈ ਨਾ, ਦੱਸੋ ਨਹੀਂ ਲੱਗਦੀ ਹੈ ਪੰਜਾਬੀ ਬੋਲਦੀ। ਤੁਹਾਡਾ ਬਹੁਤ ਸ਼ੁਕਰੀਆ। ਈਦ ਵੱਖਰੀ ਕਿਸ ਤਰ੍ਹਾਂ ਹੈ? ਵੱਖਰੀ ਤੇ ਕੋਈ ਨਹੀਂ। ਅਸੀਂ ਅੰਦਰੂਨ ਸ਼ਹਿਰ ਰਹਿਣ ਵਾਲੇ ਆ, ਲਾਹੌਰ ਸ਼ਹਿਰ, ਤੇ ਮੋਸਟਲੀ ਈਦ ਜਿਹੜੀ ਉਹ ਸੌ ਕੇ ਗੁਜ਼ਾਰਨੇ ਆ। ਰਾਤ ਸਾਰੀ ਫਿਰੀਦਾ ਦੋਸਤਾਂ ਦੇ ਨਾਲ ਤੇ ਦਿਨੇ ਨਮਾਜ਼ ਪੜ੍ਹ ਕੇ ਤੇ ਨਾਸ਼ਤਾ ਕਰਕੇ ਸੋ ਜਾਈਦਾ। ਯਾਨੀ ਕਿ ਉਹੀ ਬੰਦ ਉਹ ਮੁੱਛੇ ਵਾਲੇ ਨਹੀਂ ਬੰਦ ਨਹੀਂ, ਈਦ ਵਾਲੇ ਦਿਨ ਵੀ ਬੰਦ ਖਾਣੇ ਸੀ। ਨਹੀਂ ਈਦ ਵਾਲੇ ਦਿਨ ਕੀਮੇ ਦੀ ਟਿੱਕੀ, ਪੂੜੀਆਂ, ਕਿਉਂਕਿ ਸਾਰਾ ਮਹੀਨਾ ਪੂੜੀਆਂ ਤੇ ਕੀਮੇ ਦੀ ਟਿੱਕੀ ਨਹੀਂ ਮਿਲਦੀ ਤੇ ਉਹ ਜਦੋਂ ਲੱਗਦੀ ਏ ਲੱਸੀ, ਪੇੜਿਆਂ ਦੀ ਲੱਸੀ ਤੇ ਨਹੀਂ, ਮੈਂ ਦੂਸਰੀ ਲੱਸੀ ਦਹੀਂ ਪੀਣਾ ਮੈਂ ਜ਼ਿਆਦਾ ਸ਼ੌਕ ਨਾਲ। ਪੇੜਿਆਂ ਦੀ ਲੱਸੀ ਐਵੇਂ ਗੱਲਾਂ ਬਣੀਆਂ ਮੈਂ ਨੇ ਪੀਣਾ ਬੜੇ ਸ਼ੌਕ ਨਾਲ। ਤੁਸੀਂ ਨਹੀਂ ਪੀਂਦੇ ਕਿ ਕੁੰਡੋ ਕੀ ਦਹੀਂ? ਕੁੰਡਾ ਕਨਾਲੀ ਹੁੰਦੀ, ਮਿੱਟੀ ਦੀ ਕਨਾਲੀ, ਮਿੱਟੀ ਦੀ ਕਨਾਲੀ ਦੀ ਜਿਹੜੀ ਦਹੀਂ ਜੰਮੀ ਹੁੰਦੀ ਨਾ ਉਹ ਬੜੀ ਟੇਸਟੀ ਹੁੰਦੀ ਹੈ। ਤੁਸੀਂ ਕਦੀ ਫਰਕ ਦੇਖਣਾ ਅੱਜ ਕੱਲ ਤੇ ਉਹ ਗੁੱਜਰ ਜਿਹੜੇ ਨੇ ਲੋਹੇ ਦੀ ਕਨਾਲੀਆਂ ਚਲਾਉਣ ਲੱਗ ਪਏ ਨੇ, ਲੇਕਿਨ ਜਿਹੜੀ ਮਿੱਟੀ ਦੀ ਕਨਾਲੀ ਦੀ ਦਹੀਂ ਹੁੰਦੀ ਨਾ ਉਹਦੀ ਤਸੀਰ ਹੀ ਹੋਰ ਹੁੰਦੀ। ਉਹਦੀ ਤਸੀਰ ਹੋਰ ਹੁੰਦੀ ਹੈ ਤੇ ਅੰਦਰੋਂ ਜਾ ਕੇ ਆਂਦਰਾਂ ਠੰਡੀਆਂ ਉਹੀ ਕਰਦੀ ਹੈ ਵੈਸੇ। ਹਾਂ ਪਰ ਜਿੰਨਾ ਖਾਦਾ ਹੁੰਦਾ ਨਾ, ਜਿਹਨੂੰ ਜ਼ਿਆਦਾ ਮਿੱਟੀ ਖਾਣ ਦਾ ਸ਼ੌਕ ਹੁੰਦਾ ਹੈ। मुनीज़े मिट्टी के बर्तन में खाने का शौक। अच्छा मुनीज़े ईद के दिन ਤੁਹਾਡੀ ਕੀ ਰੁਟੀਨ ਹੁੰਦੀ ਨਾਰਮਲੀ ਵੈਸੇ? वही जो सुबह जब घर में सवेरे सवेरे सारे जदों सारे नमाज पढ़ के आंदे ने, भाई बेटा अबू वगैरह जब नमाज पढ़ के आंदे ने तो फिर वगैरह कौन? ਕੁੜੀਆਂ ਪੰਜਾਬੀ ਲੋਕ ਮੈਨੂੰ ਬੜੀ ਸੋਹਣੀ ਲੱਗਦੀ। वगैरह कौन है? भाई अबू बेटा एक वगैरह ਜਿਹੜਾ ਇੱਕ ਰਹਿ ਗਿਆ वगैरह ਉਹ बेचारा फैमिली ਚ ਕਾਊਂਟ ਨਹੀਂ ਹੁੰਦਾ। ਨਹੀਂ ਮੈਂ ਨਹੀਂ ਕਾਊਂਟ ਕੀਤਾ। ਤੇ ਅੱਛਾ ਉਸ ਤੋਂ ਇਲਾਵਾ ਜਦੋਂ ਉਹ ਆਂਦੇ ਨੇ ਤੇ ਫਿਰ ਘਰ ਕੋਈ ਮਿੱਠਾ ਬਣਿਆ ਹੁੰਦਾ ਤੇ ਸਾਰੇ ਮਿੱਠਾ ਖਾਂਦੇ ਨੇ। ਉਸ ਤੋਂ ਬਾਅਦ ਜਿਹੜੇ ਹੋਰ ਵਗੈਰਾ ਰਿਸ਼ਤੇਦਾਰ ਨੇ ਉਹ ਵੀ ਆ ਜਾਂਦੇ, ਉਹ ਆਂਦੇ ਨੇ ਘਰ। ਸ਼ਰੀਕਾਂ ਨੂੰ ਅੱਗ ਲੱਗਦੀ ਮੇਰੀ ਗੱਲਾਂ। ਇਹ ਮੇਰੇ ਰਿਸ਼ਤੇਦਾਰ ਵੀ ਹੈ ਨਾ, ਇਸ ਕਰਕੇ ਮੈਂ ਕਿਹਾ। ਤੇ WhatsApp ਤੇ ਸਾਡੇ ਘਰ ਕਦੀ ਈਦ ਦੇ ਚੰਦ ਦੀ ਤਰ੍ਹਾਂ ਹੀ ਤਸ਼ਰੀਫ ਲਿਆਉਣ ਤੇ ਇਹਨਾਂ ਦੇ ਅੱਪਾ ਜੀ ਵੈਰੀ ਨਾਈਸ, ਉਹ ਬੜਾ ਪਿਆਰ ਕਰਦੇ ਨੇ ਮੇਰੇ ਨਾਲ ਫੈਮਿਲੀ। ਤੇ ਉਹ ਮੁਨੀਜ਼ੇ ਜਿਹੜੀ ਨਾ ਪੰਜਾਬੀ ਬੜੀ ਅੱਛੀ ਬੋਲਦੀ ਹੈ, ਹੁਣੇ ਪਤਾ ਨਹੀਂ ਕਿਉਂ ਨਹੀਂ ਬੋਲ ਰਹੀ। ਪੂਰੀ ਕੋਸ਼ਿਸ਼ ਕਰ ਰਹੀ ਹਾਂ। ਤੁਸੀਂ ਦੇਖੋ ਮੈਂ ਪੂਰੀ ਕੋਸ਼ਿਸ਼ ਕਰਨੀ ਹੈ ਚੰਗੀ ਤਰ੍ਹਾਂ ਗੱਲ ਕਰਨ ਦੀ। ਤੇ ਫਿਰ ਜਦੋਂ ਸਾਰੇ ਆ ਜਾਂਦੇ ਨੇ ਤੇ ਫਿਰ ਮਿੱਠਾ ਖਾਂਦੇ ਨੇ ਤੇ ਫਿਰ ਰਿਸ਼ਤੇਦਾਰ ਆ ਜਾਂਦੇ ਨੇ, ਫਿਰ ਛੋਟੇ ਛੋਟੇ ਬੱਚੇ ਉਹ ਤਿਆਰ ਹੋਏ ਹੁੰਦੇ ਨੇ। ਮੁਨੀਜ਼ੇ ਦੇ ਘਰ ਦੀ ਚਾਹ ਬੜੀ ਮਸ਼ਹੂਰ ਹੈ। ਈਦੀ ਕੌਣ ਦਿੰਦਾ? ਈਦੀ ਹੁਣ ਤੇ ਅਸੀਂ ਆਪ ਈਦੀ ਦੇਣ ਵਾਲੀ ਕੈਟੇਗਰੀ ਚ ਸ਼ਾਮਿਲ ਹੋ ਗਏ, ਦੇਣੀ ਪੈਂਦੀ ਹੈ ਈਦੀ ਆਪਣੇ ਬੇਟੇ ਕੋ, ਫਿਰ ਹੋਰ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ, ਭੈਣ ਦੇ ਬੱਚਿਆਂ ਨੂੰ ਤੇ ਭਾਈ ਦੇ ਬੱਚਿਆਂ ਨੂੰ। ਓਏ ਭੈਣ ਦੇ ਬੱਚਿਆਂ ਬੜਾ ਗਾਲ ਕੱਢਣ ਲੱਗੀ। ਆਪ ਵੀ ਓਏ ਤੂੰ ਭੈਣ ਦਾ ਬੱਚਾ ਕਿਵੇਂ ਮਾਰਦਾ ਤੂੰ ਮੈਨੂੰ?
ਸਾਰੇ ਲੱਗੇ ਹੋਏ। ਅੱਛਾ ਬਤੂਲ ਜੀ ਤੁਹਾਡੀ ਈਦ ਤੇ ਵੈਸੇ ਨਾਰਮਲੀ ਕੀ ਰੁਟੀਨ ਹੁੰਦੀ ਹੈ? Okay, let me get prepared because I'm not very fluent in Punjabi, and I have to say that your dialect is very impressive. और मैं अपने ज़हन में आहिस्ता आहिस्ता पंजाबी में आ रही हूँ. Just give me a few It's seconds. fine, it's good. We can understand. Yeah. पहले ते बुलान ਲਈ बहुत शुक्रिया. The way you speak मेरे ससुराल ਵਿੱਚ भी NG ਗੱਲ ਕਰਦੇ ਨੇ. और ਜਿਹੜਾ ਤੁਹਾਡਾ dialect है ते this is very impressive and और it really inspires me the way तुसी बात कर रहे हो. तो आप ईद के बारे में पूछ रहे थे यार, मुझसे नहीं हो पाएगा, but I just No can't do it. problem. You can speak in any language you want. हाँ, तो हमारी जो घर में काफ़ी बड़ा एक सेलिब्रेशन होती है ईद की, और जश्न की तरह की होता है बिकॉज वी लिव 20 पीपल टुगेदर सरगोदा में. तो और अराई फैमिली है, सो इट्स अ बिग फैमिली, और हमारे घर में ही सब मेहमान आते हैं. और शादी से पहले ऐसा होता था कि ईद सो के ही गुजारते थे और कोई रिस्पॉन्सिबिलिटी नहीं होती थी, लेकिन अभी बहुत रिस्पॉन्सिबिलिटी होती है. ਬਿਲਕੁਲ ਇਦਾਂ ਹੈ. ਹਾਂਜੀ ਨੂਰਾਨ ਜੀ, ਜਦੋਂ ਹੌਲੀ ਜੀ ਲੈਣਾ ਮੇਰਾ ਨਾਮ ਥਾਂ ਮਾਰ ਜਾਨੀ ਆ, ਕੀ ਖਿਆਲ ਹੈ ਫਿਰ ਈਦ ਦੇ ਉੱਤੇ ਤੁਹਾਡਾ? ईद सिंपल गुजारनी चाहिए हमें, और पंजाबी च बोलना भी चाहिए. नहीं जरूरी है. नहीं, ऐसी पंजाबी गाने ते मेरी पंजाबी बड़ी ते सिंपल जी गुजरदी है ईद. बच्चों दी ईद अजकल दी जेड़ी नई जनरेशन यानी कि ईद ਉਹਨਾਂ सिर्फ ਦੀ मैं ਅਸੀਂ मना ਤੇ ਦੇਣੀ ਚ यानी कि ਅਸੀਂ ईद ਹਮੇਸ਼ਾ सिर्फ मैं ਈਦ मना ਲਈਦੀ ਸੀ, ਹੁਣ ਸਾਨੂੰ ਦੇਣੀ ਪੈਂਦੀ ਦੇਣੀ ਹੈ ਪੈਂਦੀ ਹੈ। ਹਾਂ ਜੀ. नहीं, नूरा जी ਇਹਦਾ ਮਤਲਬ ਈਦ ਫਿਰ ਮੈਂ ਮਨਾ ਸਕਦਾ ਕਿ ਈਦ ਤੇ ਬੱਚਿਆਂ ਦੀ ਈਦ ਸਾਰੇ ਮਾਸ਼ਾਅੱਲਾ ਵੱਡੇ ਹੈਗੇ. ਇਹ ਤੇ ਗੱਲ ਸਹੀ ਹੈ ਤੇ ਤੁਹਾਡੀ. ਸਾਰੇ ਤੇ ਜਾਂਦੇ ਜਾਂਦੇ ਮੈਨੂੰ ਈਦ ਦੇ ਕੇ ਜਾਣੀ ਹੈ. ਅੱਛਾ ਬੱਟ ਸਾਹਿਬ ਤੇ ਤੁਸੀਂ ਕੁਝ ਨਾ ਈਦ ਦੀ ਤੁਹਾਡੇ ਕੋਲ ਗਾਣੇ ਜ਼ਰੂਰ ਮੈਂ ਸੁਣਦੇ ਨੇ ਈਦ ਦੀ ਦੇ ਬਿਲਕੁਲ ਵਿੱਚ. ਠੀਕ ਹੈ. ਮੈਂ ਈਦ ਤੇ ਮੈਂ ਪਿਆਰ ਜ਼ਰੂਰ ਦੇਣਾ, ਸੁਣਾਵਾਂਗੀ. ਪਿਆਰ ਦੇਣਾ. ਨਹੀਂ ਨਾਰਮਲੀ ਵੈਸੇ ਤੁਸੀਂ ਜ਼ਿਕਰ ਕੀਤਾ ਕਿ ਖਾਣ ਪੀਣ ਤੁਸੀਂ ਕਾਫੀ ਸ਼ੌਕੀਨ ਹੈ, ਵੈਸੇ ਕਦੀ ਖੁਦ ਵੀ ਕੁਕਿੰਗ ਕਰਦੇ हैं ईद वाले दिन ਹਾਂਜੀ जाके? ਜੀ, ਬਿਲਕੁਲ ਕੁਕਿੰਗ ਕਰੀ ਦੀ ਏ. ਮੈਂ ਬੜੇ ਸ਼ੌਕ ਨਾਲ ਕੁਕਿੰਗ ਕਰਨਾ. ਮੈਂ ਸਿੱਖਿਆ ਵੀ ਕੁਕਿੰਗ ਦਾ. ਮੈਂ ਕੜਾਈ ਬੜੀ ਅੱਛੀ ਬਣਾ ਲੈਂਦਾ, ਮੈਂ ਬਿਰਿਆਨੀ ਬੜੀ ਅੱਛੀ ਬਣਾ ਲੈਂਦਾ ਵਾਂ. दुर्गत भी, ਇਹ ਦੱਸੋ ਕਿ ਸਾਰੇ रेसलिंग भी सीखी हुई है, दुर्गत भी बना लेते ਬਰਗਰ हो. ਵੀ ਬਣਾ हाँ, ਲੈਂਦੇ ਆ. बट है ना, बट कर देगा बट फिर है। ਕੱਢ ਦੇ ਮੈਂ ਨਹੀਂ, ਅੱਲਾ ਮਾਫ ਕਰੇ, ਮੈਂ ਬੜਾ ਮੁਹੱਬਤ ਕਰਾਂਗਾ. ਇਹ ਸਾਰੀਆਂ ਚੀਜ਼ਾਂ ਤੁਸੀਂ ਬਣਾ ਲੈਂਦੇ ਹੋ. ਇਹ ਦੱਸੋ ਕਿ ਖਾਂਦਾ ਕੌਣ ਕੌਣ ਹੈ? ਸਾਰੇ ਖਾਂਦੇ ਨੇ, ਮੇਰੇ ਭਾਈ ਖਾਂਦੇ ਨੇ, ਮੇਰੇ ਦੋਸਤ ਯਾਰ ਖਾਂਦੇ ਨੇ. ਮੇਰਾ ਤੇ ਸਰਕਲ ਹੀ ਜਿਹੜਾ ਦੋਸਤਾਂ ਯਾਰਾਂ ਦਾ ਉਹ ਬੜਾ, ਕਿਉਂਕਿ ਮਹੱਲੇਦਾਰ ਵੀ ਨੇ, ਪੁਰਾਣੇ ਦੋਸਤ ਵੀ ਨੇ ਮੇਰੇ, 35 ਸਾਲ ਪੁਰਾਣੇ ਦੋਸਤ ਨੇ ਸਾਰੇ. ਤੇ ਫਿਰ ਅਸੀਂ ਜਦੋਂ ਇਕੱਠੇ ਹੁੰਨੇ ਆ, ਅਸੀਂ ਮੋਸਟਲੀ ਕੋਸ਼ਿਸ਼ ਹੀ ਕਰਨੇ ਆ ਕਿ ਬਣਾਈਏ ਤੇ ਆਪ ਬਣਾ ਕੇ ਖਾਈਏ, ਕਿਉਂਕਿ ਸਾਡੀ ਇੰਟਰਟੇਨਮੈਂਟ ਹੀ ਰੋਟੀ ਹੈ. ਜਦੋਂ ਕਿਸੇ ਤੇ ਆ ਜਾਓ. और खास करके चीज क्या है, कही जाती है लाहौर वास्ते कि यार लाहौर से कोई बंदा अगर बोर हो रहा होता है ना, ਰੋਟੀ ਖਾ ਲਓ तो ਜਾ फिर ਕੇ। कोई नहीं रोटी खा लेते हैं। ਆਓ ਚਲੀਏ. ਇਹਨੂੰ ਕਹਿੰਦੇ ਨੇ ਸਟ੍ਰੈਸ. ਟਾਈਮ ਪਾਸ ਵੀ ਰੋਟੀ ਖਾਸੀ, ਟਾਈਮ ਪਾਸ ਦੇ ਤੌਰ ਤੇ ਰੋਟੀ ਖਾਂਦੇ ਆ. हाँ। ਮੈਂ ਸਹੀ ਕਹਿ ਰਿਹਾ, ਮਤਲਬ ਅਸੀਂ ਅਕਸਰ ਰਾਤੀ ਇਕੱਠੇ ਹੁੰਨੇ ਨਾ ਯਾਰ ਦੋਸਤ, ਤੇ ਮੈਨੂੰ ਕਹਿੰਦਾ ਹਾਂ ਬਈ ਯਾਰ ਕਿੱਥੇ ਜਾਣਾ ਹੈ? ਮੈਂ ਅਸੀਂ ਫਿਰ ਹੋਟਲ ਲੱਭਨੇ ਆ ਕਿੱਥੇ, ਕੋਈ ਹੋਟਲ ਲੱਭੇ, ਕੋਈ ਨਵਾਂ ਢਾਬਾ ਲੱਭੇ, ਕੋਈ ਜਗ੍ਹਾ ਲੱਭੇ, ਕੋਈ ਥੜਾ ਲੱਭੇ. ਅਗਰ ਥੜੇ ਤੇ ਬਹਿ ਗਏ ਆ, ਫਿਰ ਯਾਰ ਕੁਝ ਖਾਣ ਨੂੰ ਫੜ ਲਿਆ, ਕਾਫੀ ਦੇਰ ਬਹਿਣਾ ਇੱਥੇ ਤੇ ਟਾਈਮ ਨਹੀਂ ਲੱਗਣਾ, ਤੇ ਫਿਰ ਉਹ ਕੁਝ ਖਾਣ ਨੂੰ ਆ ਜਾਂਦਾ. ਟਾਈਮ ਪਾਸ ਵਾਸਤੇ ਵੀ ਰੋਟੀ ਖਾ ਉਹ ਲੈਂਦੇ. ਕਹਿੰਦੇ ਨੇ ਕਿ ਬੱਟ ਜਿਹੜੇ ਨੇ ਨਾ, ਉਹ ਜਿਹੜੇ ਨਾ ਰੱਜ ਕੇ ਨਹੀਂ ਉੱਠਦੇ, ਥੱਕ ਕੇ ਉੱਠਦੇ ਨੇ, ਉਹ ਥੱਕ ਕੇ ਉੱਠਦੇ ਨੇ. ਥੱਕ ਕੇ. ਉਹੀ ਥੱਕ ਕੇ ਨਾ. ਹਾਂ, ਮੈਂ ਅਫਤਾਰੀ ਤੇ ਗਏ ਸੀ ਨਾ, ਤੇ ਮੈਂ ਖਾ ਰਿਹਾ ਸੀ, ਤੇ ਮੇਰੇ ਨਾਲ ਦੋਸਤ ਬੈਠਾ ਸੀ. ਮੈਂ ਕਿਹਾ ਯਾਰ ਬਸ, ਕਹਿੰਦਾ ਕੀ ਹੋਇਆ? ਮੈਂ ਕਿਹਾ ਥੱਕ ਗਿਆ ਯਾਰ. ਮੇਰੇ ਦਾਦੀ ਜਾ ਰਹੀ. ਤੁਸੀਂ हो वैसे खान पीने के शौकीन? मैं भी बात हूँ, और कश्मीरी बात, खाना पीना चलता रहता है, बना भी लेते हैं, खिला भी देते हैं. और गोश्ताबा बनाना- बनाती एक्सपर्ट हैं, किसी किदे विच हो, एक्सपर्ट किदे विच हो? गोश्ताबा बनाती हैं. नहीं, गोश्त मुझे नहीं बनाना, मैंने गोश्त बनाना नहीं आता. ਗੁਸ਼ਤਾਬਾ. गोश्ताबा ਗੁਸ਼ਤਾਬਾ ਉਹ ਸਮੈਸ਼ ਮੀਟ ਹੁੰਦਾ ਹੈ. कीमा ਇਹ ਸਪੈਸ਼ਲ ਬਟਨ ਦੀ ਡਿਸ਼ ਹੈਗੀ ਹੈ, ਤੁਹਾਨੂੰ ਨਹੀਂ ਪਤਾ ਗੁਸ਼ਤਾਬਾ। मेरे घर नहीं बनती. ਕਿ ਮਾਜੀ ਨੂੰ ਆਪਣੇ ਨਹੀਂ ਨਹੀਂ, ਇਹਨਾਂ ਦੇ ਅੱਬਾ ਜੀ ਨੂੰ ਪਤਾ ਹੈਗਾ, ਇਹਨੂੰ ਨਹੀਂ ਪਤਾ ਹੈਗਾ. ਹਾਂ, मैंने गोश्त ज्यादा पसंद नहीं. ਉਹਨੂੰ ਗੋਇੰਗ ਬਾਟ ਸਾਹਿਬ ਨੂੰ ਸਾਰਾ ਕੁਝ ਪਤਾ. ਉਹ ਟੈਂਡਰ ਕਰਦੇ ਨੇ, ਉਹਨੂੰ ਪੈਂਟ ਨੇ ਫੁੱਲ ਫੈਂਟ ਕੇ ਉਹਦੇ ਪੇੜੇ ਜਿਹੇ ਬਣਾ ਦੇ ਨਾ ਗੋਲ ਗੋਲ, ਉਹਨੂੰ ਵੱਖਰਾ ਬਣਾਉਂਦੇ हाँ, ਨੇ ਨਾਲ. नरगिसी smash- कोफ्ते ਨਹੀਂ ਨਰਗਿਸੀ Smash ਕੋਫਤੇ meat. ਡਿਫਰੈਂਟ ਹੈ. नहीं मैंने ਤੁਸੀਂ ਦੱਸੋ ਉਹਦੇ ਨਾ, ਨਾਲ ਚਿੱਟੇ ਚਾਵਲ ਬਣਾਉਂਦੇ ਨਹੀਂ ਨੇ. ਦੱਸੋ ਨਾ, ਇਹ ਤੁਸੀਂ ਖਵਾ ਦਿਓ ਨਾ। ਮੈਂ ਤੇ ਕਸ਼ਮੀਰੀ ਨਹੀਂ, ਮੈਂ ਤੇ ਆਪ ਕਸ਼ਮੀਰ ਚ ਖਾਦੇ ਨੇ. बनवाओ. ਮੈਂ ਤੇ ਆਪ ਅਸੀਂ ਕਸ਼ਮੀਰ ਖਾ ਲੈਂਦੇ ਆ ਅੱਛਾ, ਸਾਰੇ. ਮੈਂ ਨਹੀਂ, ਤੁਹਾਨੂੰ ਮੈਂ ਤੇ ਆਪ ਕਸ਼ਮੀਰ ਚ ਖਾਦੇ ਨੇ, ਮੈਂ ਕੋ ਘਰ ਥੋੜੀ ਬਣਾਉਣਾ. ਸਾਡੇ ਵੱਲੋਂ ਤਾਂ ਤੁਸੀਂ ਦੁੱਬਾ ਕੜਾਈ ਖਾਓ, नहीं, ਉਠਾਣੇ ਦੀ मेरा- ਚਪਲੀ ਕਬਾਬ ਬਣਾਓ. ਸੰਦੇ ਬੜਾ ਮਜ਼ਾ ਆਉਂਦਾ. मेरा ख्याल है कि आजकल की जो नस्ल है वो ज्यादा फैंसी फूड पसंद कर दी है, तो मेरा शुमार पिज़्ज़ा, भी बर्गर। ओदे चाहिए. कारिश में कदी कदी Fast खानी है, food. कारिश में कदी कदी खानी है. मैनू बहुती ड्रेसिंग वाला खाना ज्यादा चंगा लगदा है, जिदे थोड़ी जी दही Colours होए, होन. थोड़ा जिहा सैलेड होए, थोड़ा जिहा सारा कुछ होए, ग्रीन होवे कुछ. थोड़ा जिहा अच्छा। वगैरह वगैरह सारा कुछ होए. ਰੋਟੀ ਦੀ ਗੱਲ ਤੋੜਤੀ ਤੁਸੀਂ ਸ਼ਵਾਲਾ ਜੀ. ਹਾਂ ਬਿਲਕੁਲ ਐਸਾ ਹੀ ਹੈ। ਬਤੂਲ ਜੀ ਤੁਸੀਂ ਬੜੇ ਅਜ਼ੀਰਤ ਤੇ ਬੜੀ ਇੱਕ ਸੀਨੀਅਰ ਜੀ ਪਰਸਨੈਲਿਟੀ ਹੋ। ਸਹਾਫਤ ਤੁਹਾਡਾ ਸ਼ੌਕ ਸੀ, ਤੁਸੀਂ ਹਾਦਸਾਤੀ ਤੌਰ ਤੇ ਜਿਹੜਾ ਨਾ ਉਹ ਸਹਾਫਤ ਦੇ ਵਿੱਚ ਆ ਗਏ ਔਰ ਪਤਾ ਹੀ ਨਹੀਂ ਚੱਲਿਆ?
मेरे शौक नहीं सी। आई थिंक विद द पैसेज ऑफ टाइम आप रियलाइज करते हैं कि व्हाट सूट्स यू बेटर। तो मेरी जो शख्सियत थी वो थोड़ी बागी सी थी, और मेरे जो अब्बा थे वो थोड़े परेशान रहते थे कि क्या बनना चाहती हैं, तो वो चाहते थे मैं डॉक्टर बन जाऊँ, तो वो मुझसे हो नहीं पाया। फिर मैंने रियलाइज़ किया कि मुझे चीज़ों को सॉर्ट करना पसंद है, इश्यूज़ को सॉर्ट, लोगों की लड़ाइयों में पढ़ने का शौक़ है। तो जब तक बड़े हुए तो जर्नलिज्म एक ऐसा प्रोफेशन था जो मुझे ज़्यादा सूट कर रहा था, तो ਤੁਹਾਡੀ ਪਰਸਨੈਲਿਟੀ ਨੂੰ ਸੂਟ ਕੀਤੀ ਉਹ ਚੀਜ਼। हाँ, जब मैं काम कर रही होती हूँ तो मुझे लगता है I'm just living my life। तो काम इतना महसूस तो कदों ਤੁਹਾਨੂੰ ਪਤਾ ਲੱਗਿਆ ਕਿ ਜਿਹੜਾ ਡਾਕਟਰ ਹੈ ਤੁਸੀਂ ਨਹੀਂ ਬਣ ਸਕਦੇ? FSC ਹਮੇਸ਼ਾ ਤੋਂ ਹੀ ਪਤਾ ਸੀ ਕਿ ਡਾਕਟਰ ਤੇ ਮੈਂ ਨਹੀਂ, FSC ਚ ਮੈਟ੍ਰਿਕ ਚ ਕਿਹੜੀ ਜਗ੍ਹਾ ਜੀ? क्योंकि डॉक्टर बनने लिए यू नीड टू बी अवेलेबल ऑल द टाइम। नहीं, कोई एजुकेशन मैं अपनी मर्जी कुछ मैं मैट्रिक ਜਿਹੜਾ ਨਾ ਉਹ ਸਾਇੰਸ ਚ ਕੀਤਾ। ਮੈਂ ਫਿਰ ਬਾਅਦ ਦੇ ਵਿੱਚ ਜਦੋਂ FC ਕਾਲਜ ਗਿਆ ਤੇ ਮੈਂ ਫਾਰਮੇਸ਼ਨ ਕਰਤੀ, ਮੈਂ ਉੱਥੇ ਜਨਰਲ ਸਾਇੰਸ ਰੱਖ ਲਈ। ਫਿਰ ਮੈਂ ਚਲਾ ਗਿਆ ਇੱਕ ਹੋਰ ਸਕੂਲ में, ਉੱਥੇ ਜਾ ਕੇ B.Com ਰੱਖ। ਮੇਰਾ ਅੱਬਾ ਕਹਿੰਦਾ ਤੂੰ ਕੀ ਬਣਨਾ ਹੈ? ਮੈਂ ਕਿਹਾ ਬਸ ਮੈਂ ਤਾਂ ਸਾਰਾ ਕੁਝ ਪੜ੍ਹਨਾ ਹੈ, ਬਣਨਾ ਫਨਕਾਰ ਬਣਨਾ ਹੈ। ਹਾਂ, ਮੈंने ਜੋ ਕੁਝ ਨਹੀਂ ਮੈਨੂੰ ਇਹ ਰਿਅਲਾਈਜੇਸ਼ਨ ਸੀ ਕਿ ਮੈਂ ਕੁਝ ਲਾਈਫ ਵਿੱਚ ਅਨਯੂਜੂਅਲ ਕਰਨਾ ਹੈ ਜਿਹੜਾ ਨਾਰਮਲੀ ਕੁੜੀਆਂ ਨਹੀਂ ਕਰਦੀਆਂ, ਥੋੜਾ ਹਟ ਕੇ ਔਰ ਕਰਨਾ ਹੈ। ਮੈਂ ਕਦੀ ਵੀ ਕੁੜੀਆਂ ਨੂੰ ਆਪਣਾ ਕੰਪੀਟੀਸ਼ਨ ਨਹੀਂ ਸਮਝਿਆ। ਇਟ ਹੈਜ਼ ਨਥਿੰਗ ਟੂ ਡੂ ਵਿਦ ਜੈਂਡਰ ਕੰਪੈਰੀਜ਼ਨ, ਬਟ ਮੈਨੂੰ ਆਲਵੇਜ਼ ਲੱਗਦਾ ਸੀ ਕਿ ਸਾਨੂੰ ਮੁੰਡਿਆਂ ਨੂੰ ਕੰਪੀਟੀਸ਼ਨ ਦੇਣਾ और ਚਾਹੀਦਾ रह ਹੈ। गया फिर लड़े करना ना नहीं यार, पंजाबी सही आ रही है ना ज़ुएब? आ रही See, है। it's- ਆ ਰਹੀ नहीं मैं पूछना चाह रहा हूं और रह गया करना जेड़ा ले हट के करना सी ਮੈਨੂੰ ਲੱਗਦਾ ਕਿ ਕਰ ਲਿਆ ਪਰ ਕੰਟੀਨਿਊ ਕਰਨਾ करना ਕੰਟੀਨਿਊ ਕਰ ਕਰ ਲਿਆ ਪਰ बेस्ट ਕੰਟੀਨਿਊ ਕਰਨਾ। ब्लॉक ये छक्के चुके चौके चौके लागे ने ਕੰਪੀਟੀਸ਼ਨ ਦੇਣਾ और ਹੈ। ਹੁਣ field शी इज में- हार्डकोर जर्नलिस्ट ਹਾਂ hardcore ਫੀਲਡ ਦੇ journalist। ਖਲੋਤੇ ਨੇ, ਹੁਣ ਵੇਖੋ ਮਜ਼ੀਦ ਕਿੰਨੇ ਸਕੋਰ ਹੁੰਦੇ ਨੇ। ਅੱਛਾ ਨੂਰਨ ਜੀ, ਇਹ ਦੱਸੋ ਤੁਸੀਂ ਸਿੰਗਰ ਹੀ ਬਣਨਾ ਸੀ ਜਾਂ ਕੁਝ ਹੋਰ ਬਣਨ ਦੀ ਖਾਹਿਸ਼ ਸੀ ਤੁਹਾਨੂੰ? ਹੋਰ ਕੁਛ ਤੇ ਨਹੀਂ ਬਣਨ ਦੀ ਖੁਆਇਸ਼ ਸੀ, ਸਿੰਗਰ ਹੀ ਸੀ ਤੇ ਸਿੰਗਰ ਹੀ ਬਣਨਾ ਸੀ। ਅੱਛਾ ਕਿਸੇ ਬਚਪਨ ਕੋਲ ਤੋਂ? ਤੁਸੀਂ ਸਿੱਖਿਆ ਵੈਸੇ ਬਚਪਨ ਤੋਂ ਬਹੁਤ ਜ਼ਿਆਦਾ ਸਾਡੇ ਖਾਨਦਾਨੀ ਚ, ਔਰ ਦੂਸਰਾ ਮੇਰੀ ਵਾਲਦਾ ਬਹੁਤ ਅੱਛਾ ਗਾਉਂਦੀ ਸੀ, ਔਰ ਬਾਕੀ ਤੁਹਾਨੂੰ ਸਾਰੇ ਹੀ ਪਤਾ ਹੈ, ਰੇਸ਼ਮਾ ਜੀ ਤੋਂ ਲੈ ਕੇ रेशमा जी तो ਸਾਹਿਬ बोले भी, तो ने राजस्थानी, उसके बाद नसीबो जी, मैडम नूरजहान ने तुझसे बहुत सुने, ਤੁਹਾਡੀ ਆਵਾਜ਼ ਸੁਣ ਕੇ वो मेरा आइडियल, वो मेरा आइडियल था। मैं शुरू ਤੋਂ ਹੀ ਉਹਨਾਂ ਨੂੰ ਵੇਖ ਕੇ ਜਿੰਨੇ ਵੀ ਰੀਮਿਕ ਗਾਣੇ ਕੀਤੇ ਮੇਰੇ, ਰਿਆਜ਼ ਜਿਹੜਾ ਹੈ ਨਾ ਉਹ ਹਾਂ। ਆਵਾਜ਼ ਸਿੰਗਰ ਕਰਦੇ ਨੇ ਤਾਂ ਫਿਰ ਉਸੇ ਤਰ੍ਹਾਂ ਦੀ ਆਵਾਜ਼ ਹੋਣੀ ਸ਼ੁਰੂ ਹੋ ਜਾਂਦੀ ਜੀ ਜੀ ਬਿਲਕੁਲ ਜੀ, ਇਦਾਂ ਹੀ ਹੈ ਵੈਸੇ। ਕਿਉਂਕਿ ਅੱਛਾ। ਮੇਰੀ ਸ਼ੁਰੂ ਤੋਂ ਮੈਂ ਬਚਪਨ ਤੋਂ ਲੈ ਕੇ ਤੇ ਮੇਰੀ ਵਾਲਦਾ ਨੂੰ ਮੈਂ ਸੁਣਦੀ ਆਈ ਸਾਂ। ਜਦੋਂ ਮੇਰਾ ਨਾਂ ਹੋਇਆ ਤੇ ਫਿਰ ਮੈਂ ਰੀਮਿਕ ਗਾਣੇ ਕੀਤੇ ਕੁਝ, ਤੇ ਉਹ ਮੈਂ ਮਜ਼ਾਕ ਵਿੱਚ ਕੀਤੇ ਸੀ। ਮੈਨੂੰ ਨਹੀਂ ਪਤਾ ਸੀ ਕਿ ਇੱਕਦਮ ਇਹ ਗਾਣਾ ਹੀ, ਇਹ ਪੂਰਾ ਐਲਬਮ ਜੋ ਨਰਗਿਸ ਜੀ ਨੇ ਪਰਫਾਰਮ ਕੀਤਾ, ਉਹ ਗਾਣਾ ਪੂਰਾ ਐਲਬਮ ਉਸ ਦੌਰ ਦੇ ਵਿੱਚ, ਅੱਜ ਤੋਂ 18-19 ਸਾਲ ਪਹਿਲੇ ਦੀ ਗੱਲ ਕਰ ਰਹੀ ਹਾਂ, ਉਦੋਂ ਹਿੱਟ ਹੋਇਆ ਸੀ ਇਹ ਰਾਤਾਂ ਆ ਗਈਆਂ ਚਾਨਣੀ। ਹਾਂ। ਤੇ ਐਲਬਮ ਮੈਂ ਬਿਲਕੁਲ ਮਜ਼ਾਕ ਵਿੱਚ ਵੀ 4-5 ਦਿਨਾਂ ਦੇ ਵਿੱਚ ਗਾਣੇ ਮੈਂ ਸਾਰੇ ਯਾਦ ਕਰ ਲਿੱਤੇ ਸੀ। ਮੈਂ ਕਿਹਾ ਇਹਨਾਂ ਨੇ ਕੀ ਹਿੱਟ ਹੋਣਾ ਹੈ, ਇਹ ਤਾਂ ਉਹ ਪਹਿਲੇ ਚੱਲੇ ਰਿਵਾਜ, ਹੋਏ ਨੇ। ਉਹ ਰਿਵਾਜ ਜਿਹੜਾ ਨਾ ਉਹ ਮੈਂ ਚਲਾਇਆ ਸੀ ਰੀਮਿਕ ਦਾ। ਹਾਂ। ਫਿਰ ਹੁਣ ਸਾਰੇ ਹੀ ਸ਼ੁਰੂ ਹੋ ਗਏ, ਫਿਰ ਹੁਣ ਅਸੀਂ ਨਵੇਂ ਸਿਰ ਫਿਰ ਕੁਝ ਹੋਰ ਕਰਨਾ ਸ਼ੁਰੂ ਕਰ ਦਿੱਤਾ। ਬਿਲਕੁਲ ਇਦਾਂ ਹੀ। ਐਸੇ ਅੱਛਾ ਮੁਨੀਜ਼ੇ, ਨਾਰਮਲੀ ਦਾ ਹੁੰਦਾ ਕਿ ਜਿਹੜਾ ਪਾਕਿਸਤਾਨ ਜਿਹੜਾ ਆਪਣਾ ਕਲਚਰ ਹੈ ਵੈਸੇ, ਔਰਤ ਨੂੰ ਜਿੰਨਾ ਮਰਜ਼ੀ ਫ੍ਰੀडम ਦੇ ਦਿੱਤਾ ਗਿਆ ਹੈ, ਲੇਕਿਨ ਕਿਤੇ ਨਾ ਕਿਤੇ ਹਜੇ ਵੀ ਕੁਟਮਾ ਜਿਹਾ ਜਿਹੜਾ ਦਾ ਮਾਹੌਲ ਹੈਗਾ ਵੈਸੇ। ਤੁਸੀਂ ਕੀ ਸਮਝਦੇ ਹੋ ਪਾਕਿਸਤਾਨ ਦੀ ਸਿਆਸਤ? ਖਾਲੀ ਇਹ ਕੁਟਮਾ ਵਾਲਾ ਮਾਹੌਲ ਨਹੀਂ ਹੈਗਾ, ਕੁਟੁਬ ਪੈਣ ਵਾਲਾ ਮਾਹੌਲ ਵੀ ਕੁਝ ਹੋਇਆ ਪਹਿਲਾਂ ਦਾ ਹੈ। ਮਾਹੌਲ ਵੀ ਐਗਜ਼ੈਕਟਲੀ ਤੇ ਪੂਰੀ ਦੁਨੀਆ 'ਚ ਜਿਹੜਾ ਪਾਕਿਸਤਾਨ ਦੀ ਔਮਨ ਦਾ ਪਰਸਪੈਕਟਿਵ ਜਾ ਰਿਹਾ ਉਹ ਗਲਤ ਜਾ ਉਹ ਰਿਹਾ ਗਲਤ ਜਾ ਰਿਹਾ ਇਹ ਹੈ। ਲੱਗਦਾ ਕਿ ਇੱਥੇ ਖਾਲੀ ਮਜ਼ਲੂਮ ਔਰਤਾਂ ਰਹਿੰਦੀਆਂ ਨੇ। ਤੇ ਮੈਂ ਕਹਿੰਦੀ ਹਾਂ ਵੇਖੋ, ਸਾਡੇ ਵਰਗੀਆਂ ਔਰਤਾਂ ਵੀ ਨੇ, ਨੂਰਾ ਲਾਲ ਵਰਗੀਆਂ ਵੀ ਨੇ, मिस बतूल जो खवातीन भी हैगी ने, ऐसी औरतें भी हैं जिनको अभी हमें दुनिया को बताना है कि पाकिस्तान ਚੰਗੀਆਂ ਖਵਾਤੀਨ ਹੈਗੀਆਂ ਨੇ। ਆਇਸ਼ਾ ਫਰੂਕੀ ਨੂੰ ਵੇਖ ਲਓ ਜਿਹੜੀ ਪਹਿਲੀ ਫਾਈਟਰ ਪਾਇਲਟ ਹੈ। ਬਿਲਕੁਲ ਸਾਡੇ ਕੋਲ ਹੋਣਹਾਰ ਨਾ ਹੈਗੇ ਨੇ, ਲੇਕਿਨ ਦੁਨੀਆ 'ਚ ਰਿਪਰੈਜ਼ੈਂਟੇਸ਼ਨ ਪਾਕਿਸਤਾਨ ਦੀ ਉਸ ਤਰ੍ਹਾਂ ਨਹੀਂ ਹੋ ਰਹੀ। ਤਾਂ ਇਹਦੇ ਵਾਸਤੇ ਮੈਂ ਕਹਿੰਦੀ ਹਾਂ, ਇਹ ਕਹਿੰਦੀਆਂ ਨੇ ਕਿ ਖਵਾਤੀਨ ਨਾਲ ਉਹਨਾਂ ਦਾ ਕੰਪੀਟੀਸ਼ਨ ਨਹੀਂ, ਲੇਕਿਨ ਬਾਕੀ ਔਰਤਾਂ ਨੂੰ ਵੀ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਖਵਾਤੀਨ ਦਾ ਖਵਾਤੀਨ ਨਾਲ ਕੰਪੀਟੀਸ਼ਨ ਨਹੀਂ ਹੈਗਾ। ਨਹੀਂ ਹੈਗਾ। ਜੇ ਤੁਸੀਂ ਸਾਰੇ ਮਿਲ ਕੇ ਅੱਗੇ ਵਧੋਗੇ, ਤੁਹਾਨੂੰ ਰਸਤਾ ਲੱਭ ਗਿਆ, ਤੁਸੀਂ ਚਾਰ ਹੋਰ ਨੂੰ ਰਸਤਾ ਦਵੋਗੇ, ਤੇ ਸਹੀ ਕਹਿ ਫਿਰ ਰਹੇ। ਅਸੀਂ ਸਾਰੇ ਰਿਪਰੈਜ਼ੈਂਟ ਕਰ ਸਕਾਂਗੇ ਕਿ ਇਹ ਪੀਸਫੁਲ ਕੰਟਰੀ ਹੈ ਤੇ ਇੱਥੇ ਖਵਾਤੀਨ ਵੀਕ ਨਹੀਂ ਹੈਗੀ। ਮੈਂ ਕਹਿੰਦੀ ਹਾਂ ਕਿ ਇਨਸਾਫ ਮਿਲਿਆ ਉਸ ਔਰਤ ਨੂੰ ਜਿਹਨੂੰ ਉਹਦੇ ਘਰ 'ਚ ਉਹਦੇ ਬਾਪ ਤੇ ਭਾਈ ਨੇ ਗਲਾ ਦਬਾ ਕੇ ਕਤਲ ਕੀਤਾ। ਉਹਨਾਂ ਦਾ ਫੈਸਲਾ ਆਇਆ ਤੇ ਉਹਨੂੰ ਇਨਸਾਫ ਮਿਲਿਆ। ਉਹਨਾਂ ਨੂੰ ਉਹਨਾਂ ਦੋਵਾਂ ਨੂੰ उम्र कैद या इस किस्म की कोई सजा हुई है। लेकिन अब बाकी जो इस तरह के केसेस हैं उनमें भी जस्टिस होगा,
then the world will know कि पाकिस्तान में जो जुल्म हो रहा है बिलखुसूस ख़वातीन की अगर आप बात करें उनके साथ, तो ऐसा नहीं है। यहाँ पर सिस्टम अच्छा है, बट वी नीड टू वर्क ऑन इट टुगेदर। एग्जैक्टली ऐदा ही है वैसे। अच्छा बतूल, मैं यही सवाल थोड़े को पूछ मर्दां ते भी ते जुल्म हो रहा है। नहीं ओ जुल्म एक मिनट इस गल ते सवाल छोड़ के पूछो, नहीं होल्ड ऑन, होल्ड योर हॉर्सेस। नहीं, मर्दां ते जुल्म हो रहा है। पूछो मुर्गी दा रेट की चल रहा है? मुर्गी दा ਸਾਨੂੰ ਪੁੱਛੋ ਮੁਰਗੀ ਦਾ ਰੇਟ ਕੀ ਚੱਲ ਰਿਹਾ? ਉਹਦੇ ਨਹੀਂ 963 ਰੁਪਏ ਦੇ ਸਾਫੀ ਮਿਲ ਰਹੀ ਹੈ। ਅਸੀਂ ਵੀ ਤਾਂ ਮੁਰਗੀ ਖਰੀਦ ਰਹੇ ਆ, ਅਸੀਂ ਵੀ ਤਾਂ ਖਰੀਦਣ ਜਾਂਦੇ नहीं ਆ। मतलब मर्दां नु भी उसी लाइन च नाल खड़ा लो, वी आर इक्वल। हम एक रेस में भागेंगे, नहीं मतलब इक्वल नहीं मुर्गी के रेट वैसे ए पॉइंट ऑफ पैसे तो खर्च रहे हैं ना, जो नहीं, घर नहीं, का नहीं, जेड़ा नहीं, बंदा पैसे लगा। ਤਾਂ ਖਰਚ ਰਹੇ ਹੋ, ਅਸੀਂ ਵੀ ਤਾਂ ਖਰਚ ਤੁਸੀਂ ਰਹੇ ਹਾਂ। ਫੈਸਿਲਿਟੇਟਰ ਹੋ, ਗੱਲ- ਠੀਕ ਹੈ, ਤੁਸੀਂ ਫੈਸਿਲਿਟੇਟਰ ਹੋ, ਪ੍ਰੋਵਾਈਡਰ ਹੋ, ਤੁਸੀਂ ਖਰਚਣੇ ਨਹੀਂ ਹੈਗੇ। बस ਤੇ ਜਮਾ ਕਰਨੇ ਦਾ 1 ਖਰਚ 2 ਨਹੀਂ ਹੈਗਾ। 3 4 देखिए, मेरे खिलाफ है। नहीं गल है नहीं, नहीं गल है नहीं, नहीं, बबरिक भाई, एक मिनट आ जाओ। 1 2 3 4 वाली गिनती कादो तो कीती है, जरा ए दसना फिलहाल 1 अच्छा 2 ਇਹਦੇ 3 ਤੇ 4 एक आर्गुमेंट एक नहीं वो तो बन बारे से सकता फिर है गल कि करेंगे। रिलीजियसली अल्लाह सेज इन कुरान कि मर्द नु एक दर्जा फजीलत फजीलत है। हां but it has to do with the physicality, the provider aspect that you the mentioned, responsibility एवरीथिंग। but लेकिन जो औरत की responsibility- अकल और उसकी इमोशनैलिटी है वो उसको और इम्प्रूव किया जा सकता I है। like your तो it opinion. has to कुरान में लिखा है Yes, ना, yes, I it's like not your my opinion. so it has to do Somebody with is giving it ना, बिल्कुल finally a कुरान में woman is as it giving is it। due to the I agree leadership with her too. and तो responsibility मुझे लगता है कि अगर जो मेल है वो अपनी रिस्पॉन्सिबिलिटी करे, जो कुरान में लिखा है, तो खवातीन भी अब जब अपनी रिस्पॉन्सिबिलिटी करें तो नेचुरली हाउस होल्ड में अपने अपने रोल में इक्वल है, लेकिन ये नहीं है Okay. कि बिला वजह ही ਤੁਹਾਡੇ ਸਾਰਿਆਂ ਦਾ ਜਿਹੜਾ ਹੈ ਨਾ ਉਹ ਜਰਨਲਿਜ਼ਮ ਤੇ ਥੋੜਾ ਬਹੁਤ ਹਿਸਟਰੀ ਤੋਂ ਥੋੜੀ ਬਹੁਤ ਵਾਕਫੀਅਤ ਤੇ ਹੈ ਹੀ ਹੈ। ਜਰਨਲਿਜ਼ਮ ਕਿਉਂਕਿ ਤੁਹਾਡਾ ਸ਼ੋਭਾ ਹੈ। ਹੁਣ ਕੁਐਸਚਨ ਇਹ ਰੇਜ਼ ਹੁੰਦਾ ਕਿਉਂਕਿ ਤੁਸੀਂ ਇਹ ਗੱਲ ਕੀਤੀ ਮਜ਼ਲੂਮ ਵਾਲੀ, ਤੇ ਮੇਰੇ ਜ਼ਿਹਨ 'ਚ ਇੱਕਦਮ ਸਵਾਲ ਆਇਆ। ਮੈਂ ਕਿ ਮੈਂ ਪੁੱਛਾਂ ਸਾਰਿਆਂ ਕੋਲੋਂ, ਤੁਸੀਂ ਮਾਸ਼ਾਅੱਲਾ ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਤੇ ਮੈਨੂੰ ਇਹ ਦੱਸੋ ਕਿ ਇਹ ਪ੍ਰੋਬਲਮ ਜਨਰੇਟ ਕਿਹੜੇ ਸੰਨ 'ਚ ਹੋ ਗਈ ਕਿਹੜੀ ਕਿ ਵਾਲੀ? ਹੁਣ ਇਸ ਦੌਰ ਦੇ ਵਿੱਚ ਲੜਕੀਆਂ ਨੂੰ ਕੰਪੀਟੀਸ਼ਨ ਕਰਨ ਦੀ ਲੋੜ ਹੈ ਮਰਦਾਂ ਦੇ ਨਾਲ? मानवी या फिर- संपत्ति का नहीं, नहीं जा रहे नहीं, किसी नहीं, मैं एक गल कहना शुरू हम्म, की। मेरे घर च ना मेरी मां तो डाडी खतून कोई नहीं, मेरे भाई बहुत डाडे सन, हाँ। बाहर मेरे भाई दा बहुत नाम सी, लेकिन फिर साडे घर च सब तो डाडी खतून मेरी वालदा है। अल्लाह ताला उन्हें जिंदगी तंदुरुस्ती देवे। ते मेरे वास्ते भी मैं लुक अप टू अ वुमन। मैं उधर देखना मेरी मां दोनों में मशवरा करना, मेरी मां ਨੂੰ ਪੁੱਛਣਾ। ਮੇਰੀ ਮਾਂ ਆਪਣੇ ਘਰ ਦੇ ਚ ਵੀ ਆਪਣੇ ਫੈਮਿਲੀ ਚ ਵੀ ਵੱਡੀ ਹੈ, ਤੇ ਮੈਂ ਉਹਨੂੰ ਹਮੇਸ਼ਾ ਵੱਡੀ ਦੀ ਨਜ਼ਰ ਤੋਂ ਦੇਖਿਆ। ਔਰਤ ਦਾ ਮਤਲਬ ਇਹ ਹੈ ਕਿ she is a comfort। ਇੱਕ ਮਰਦ ਵਾਸਤੇ ਕੰਫਰਟ ਹੈਗੀ ਹੈ, ਮਤਲਬ ਮਾਂ ਦੀ ਸੂਰਤ ਵਿੱਚ ਹੋਵੇ, ਭੈਣ ਦੀ ਸੂਰਤ ਵਿੱਚ ਹੋਵੇ, ਬੀਵੀ ਦੀ, ਬੇਟੀ ਦੀ ਸੂਰਤ ਵਿੱਚ ਹੋਵੇ। ਮੇਰੀ ਬੇਟੀ ਹੈ, ਮੈਂ ਜਦੋਂ ਉਹਨੂੰ ਹੱਕ ਕਰਨਾ ਵਾ, ਪਰੇਸ਼ਾਨ ਹੋਵਾਂ, ਮੇਰੀ ਸਾਰੀ ਥਕਨ ਦੂਰ ਹੋ ਜਾਂਦੀ ਹੈ, ਮੇਰੀ ਚੀਜ਼ਾਂ ਦੂਰ ਹੋ ਜਾਂਦੀਆਂ, ਮੈਨੂੰ ਅੱਛਾ ਲੱਗਦਾ ਹੈ, ਫੀਲ ਲਾਈਟ ਕਿ ਮੇਰੀ ਬੇਟੀ ਹੈ ਯਾਰ, ਕਿੰਨੀ ਪਿਆਰੀ ਹੈ, ਗੁੱਡੀ ਹੈ ਕਿ ਮੈਂ ਉਹਨੂੰ ਗਲੇ ਲਾ ਰਿਹਾ। ਬੰਦੇ ਗੁੱਡੀਆਂ ਅਸਲ 'ਚ ਬੰਦਿਆਂ ਦੀ ਹੁੰਦੀਆਂ ਨੇ ਨਾ, ਕਿ ਉਹਨੇ ਉਹਨੂੰ ਗਲੇ ਨਾਲ ਲਾਇਆ। ਤੇ ਔਰ ਜਿਸ ਤਰ੍ਹਾਂ ਮੁਨੀਜ਼ੇ ਨੇ ਗੱਲ ਕੀਤੀ, ਸਾਨੂੰ ਆਪਣੀ ਜਿਹੜੀ ਪਾਵਰਫੁਲ ਵੂਮਨ ਨੇ ਉਹਨਾਂ ਨੂੰ ਦਿਖਾਉਣਾ ਚਾਹੀਦਾ। ਨਾਲੇ ਦੂਸਰੀ ਗੱਲ, ਜੇ ਅਸੀਂ ਮੁਸਲਮਾਨ ਹੈਗੇ ਆ, ਜਦੋਂ ਜਿਸ ਤਰ੍ਹਾਂ ਬਤੂਲ ਜੀ ਨੇ ਗੱਲ ਕੀਤੀ, ਸਾਡਾ ਉਹ ਵਾਹਿਦ ਰਿਲੀਜਨ ਹੈ ਜਿਹਦੇ ਵਿੱਚ ਇੱਕ ਔਰਤ ਦੀ ਸੁਨਨਤ ਨੂੰ ਬਾਦਸ਼ਾਹ ਵੀ ਕਰਦੇ ਨੇ, ਪੈਗੰਬਰ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਕੀਤਾ, ਸਾਰਿਆਂ ਨੇ ਕੀਤਾ। ਉਹ ਸਹੀ ਹੈ, ਉਹ ਇੱਕ ਮਾਂ ਦੀ ਸੁਨਨਤ ਹੈ ਜਿਹਦੇ ਤੇ ਉਹ ਸਹੀ ਅਸੀਂ ਨੱਸਨੇ ਆ ਸਾਰੇ, ਉਹ ਇੱਕ ਮਾਂ ਦੀ ਸੁਨਨਤ ਹੈ। ਤੇ ਔਰਤ ਸਾਡੇ ਵਾਸਤੇ ਤੇ ਬਹੁਤ ਅਹਿਮ ਚੀਜ਼ ਹੈ। ਤੁਸੀਂ ਦੱਸੋ ਮਾਂ ਕਿੰਨੀ ਅਹਿਮ ਹੈ ਸਾਡੇ ਵਾਸਤੇ, ਦੱਸੋ ਨਾ। ਇੱਕ ਬੰਦੇ ਵਾਸਤੇ ਮਾਂ ਕੀ ਹੁੰਦੀ ਹੈ? ਮੈਂ ਤੇ ਹਮੇਸ਼ਾ ਔਰਤ ਨੂੰ ਬੇਗਮ ਦੀ ਸ਼ਕਲ 'ਚ ਜ਼ਿਆਦਾ ਵੇਖਿਆ ਹੈ ਤੇ ਮਾਂ ਦੀ ਹੈਸੀਅਤ 'ਚ ਉਹਦੇ ਬਾਅਦ ਵੇਖਿਆ। ਉਹਦੀ ਖਾਸ ਵਜ੍ਹਾ ਹੈ ਕਿਉਂਕਿ ਮੇਰੇ ਨਜ਼ਦੀਕ ਮਾਂ ਦੀ ਜਿਹੜੀ ਹੈਸੀਅਤ ਹੈ ਉਹ ਉਹਦੀ ਬੀਵੀ ਦੇ ਬਾਅਦ ਹੀ ਹੈ। ਉਹਦੀ ਕਦੀ ਯਾਨੀ ਕਿ ਉਸ ਤੋਂ ਪਹਿਲਾਂ ਆ ਨਹੀਂ ਸਕਦੀ, ਕਿਉਂਕਿ ਪਹਿਲਾ ਰਿਸ਼ਤਾ ਜੇ ਰੱਬ ਨੇ ਦੁਨੀਆ 'ਚ ਬਣਾਇਆ ਤੇ ਉਹ ਮੀਆਂ ਬੀਵੀ ਦਾ ਬਣਾਇਆ। सही बात, ਉਹਦੇ ਬਾਅਦ ਮਾਂ ਤੇ ਪਿਓ ਦਾ ਬਿਲਕੁਲ, ਰਿਸ਼ਤਾ ਬਿਲਕੁਲ। ਬਣਿਆ, ऐसा ही है। ਠੀਕ ਹੈ। ਤੇ ਪਹਿਲਾ ਜਿਹੜਾ ਉਹ ਸਮਝ ਲਓ ਕਿ ਉਹਦੀ ਅਹਿਮੀਅਤ ਹੈ ਉਹ ਬੀਵੀ ਦੇ ਐਂਗਲ ਦੇ ਨਾਲ। ਤੇ ਮੇਰਾ ਕੁਐਸਚਨ ਕਰਨ ਦਾ ਇਹ ਮਕਸਦ, ਮੈਂ ਜਿਵੇਂ ਤੁਸੀਂ ਆਪਣੇ ਵਾਲਿਦ ਸਾਹਿਬ ਦੀ ਗੱਲ ਕੀਤੀ, ਤੇ ਮੈਂ ਆਪਣੇ ਵਾਲਿਦ ਸਾਹਿਬ ਦੀ ਮਿਸਾਲ, ਮੇਰੇ ਵਾਲਿਦ ਸਾਹਿਬ ਬੜੇ ਡਾਢੇ ਸਨ, ਮਰਦੇ ਦਮ ਦੇ ਕੇ ਡਾਢੇ ਸਨ, ਤੇ ਇਹਦੇ ਅਗੇਂਸਟ ਮੇਰੀ ਵਾਲਦਾ ਦੀ ਜਿਹੜੀ ਨਾ ਉਹ ਸਟ੍ਰੈਟਜੀ ਬਿਲਕੁਲ ਚੇਂਜ ਸੀ। ਉਹ ਐਕਸਟ੍ਰੀਮ ਖਾਦਮ ਸਨ, ਐਕਸਟ੍ਰੀਮ ਖਾਦਮ। ਉਹਨਾਂ ਦੇ ਮੁਕਾਬਲੇ 'ਚ ਅੱਜ ਵੀ ਪੂਰੇ ਖਾਨਦਾਨ 'ਚ ਕੋਈ ਖਿਦਮਤ ਨਹੀਂ ਕਰ ਸਕਦਾ। ਤੇ ਮੁਸਤਕਿਲ ਮਿਜ਼ਾਜ, ਯਾਨੀ ਕਿ ਮਰੀਜ਼ ਆ ਗਿਆ ਤੇ ਉਹ ਵੀ ਭੁਗਤਾਣਾ ਹੈ, ਤੇ ਘਰ ਦੀ ਰੋਟੀ ਵੀ ਬਣਾਉਣੀ ਹੈ, ਤੇ ਖਾਣ ਦੇ ਜੂਤੇ ਵੀ ਪਾਲਿਸ਼ ਕਰਨੇ ਨੇ, ਤੇ ਉਹਦੇ ਕੱਪੜੇ ਵੀ ਇਸਤਰੀ ਕਰਨੇ ਨੇ। ਤੇ ਇਹ ਰੂਟੀਨ ਉਹਨੇ ਸਾਰੀ ਜ਼ਿੰਦਗੀ ਰੱਖੀ ਹੈ, ਜੋ ਤੱਕ ਬਾਦ ਸਾਹਿਬ ਮੇਰੇ ਫੌਜ ਨਹੀਂ ਹੋ ਗਿਆ, ਅੱਲਾਹ ਨੂੰ जन्नत नसीब करे। वो कहना वजूदे जन से है तस्वीरें कायनात में कायनात रंग, हाँ। औरत नहीं तो फिर कुछ भी नहीं। हाँ। अच्छा बतूल जी साहब, पर कंपटीशन ਦੀ ਗੱਲ ਖਤਮ ਨਹੀਂ ਹੋਈ ਹੈ। खत्म मैं- नहीं मैं है। सिर्फ- मैं मुकाबला- कंपटीशन ਦਾ I just want to ਦੌਰ say ਕਦੋਂ this कि ਚੱਲਿਆ when ਕਿ we ਔਰਤ say ਨੂੰ कि ਮਰਦ ਨਾਲ competition- ਕੰਪੀਟੀਸ਼ਨ ਕਰਨ ਦੀ ਲੋੜ बिल्कुल, ਹੈ। जब when we say कि कंपटीशन है तो ਇਹਦਾ ਮਤਲਬ ਇਹ ਹੈ ਕਿ
ਜਿਵੇਂ ਮਰਦ ਗਰੋ ਕਰ ਸਕਦੇ ਨੇ ਖਵਾਤੀਨ ਵੀ ਕਰ ਸਕਦੀਆਂ ਨੇ। एग्जैक्टली अगर मर्द प्रोवाइडर है तो औरत भी प्रोवाइडर हो सकती है। बहुत सारी ऐसी अब खवातीन हैं बेनज़ीर जिनके को शौहर देखें, शौहर बेनज़ीर बाप को नहीं है। देखें, बिल्कुल आप मरीम नवाज को देखें, हमारे पास यार है वो ईद पे आ जाओ, खवातीन प्रोवाइडर्स के शादी नाम किसी और है। उसमें ये है कि मैं यही शुमाइला चीज जी? कहना चाहनी है कि यार ईद पे आ जाने हैं वैसे मैं एक चीज और पूछना चाहनी है वैसे शुमाइला आप बड़ी डैडी है। मैं एक चीज कहने नहीं ऐसा नहीं है मैं एक चीज पूछना चाहनी है कि सहाफती करियर और एक नॉर्मल लाइफ ਇੱਕ ਸਹਾਫੀ ਪਾਸੇ ਬੜਾ ਮੁਸ਼ਕਿਲ ਹੁੰਦਾ ਦੋਨਾਂ ਚੀਜ਼ਾਂ ਨੂੰ ਮੈਨੇਜ ਕਰਨਾ ਤੁਸੀਂ ਬਾ ਆਸਾਨੀ ਉਸ ਚੀਜ਼ ਨੂੰ ਮੈਨੇਜ ਕਰ ਲੈਂਦੇ ਹੋ ਆਪਣੀ ਖੁਸ਼ੀਆਂ ਔਰ ਆਪਣੀ ਡੇਲੀ ਰੂਟੀਨ ਆਪਣੀ ਫੈਮਿਲੀ ਨੂੰ ਟਾਈਮ ਔਰ ਨਾਲ ਸਹਾਫਤ ਵੀ नहीं, ये बिल्कुल आसानी दे नाल ते मैनेज नहीं होता, पर लकीली आई हैव दिस ग्रेट फैमिली सपोर्ट। मेरे ससुराल विच भी ते मेरे मैकिया विच भी आई हैव गॉट दिस टू वे सपोर्ट। और मैं बड़ा खुशकिस्मत समझनी अपने आप को जो मेरे हस्बैंड ने ही रियलाइजेस दिस फैक्ट कि अगर अल्लाह ने कोई ब्लेसिंग दी है तो मैं उसमें काम कर सकूं। ये भी एक फैक्ट है कि वुमेन दे आर वेरी स्ट्रॉन्ग, वो कर सकती हैं चीज़ें, लेकिन जो हमारा मुआशरा है, फॉर एग्जांपल जब आप माँ बन जाते हो तो हाउस होल्ड करना, हाउस हर चोर्स चीज़ करना, manage दफ्तर करना। जाना, आपके बच्चे से मेरे भी तीनों बच्चे 8 साल से नीचे हैं, तो मैं उन तीनों कॉम्पिटिटिव हो मैं जाता उन तीनों बिल्कुल। को मैनेज करती, तो ये फैमिली सपोर्ट है तो फिर मैनेज हो जाता है। ਇਹ ਸਵਾਲ ਪੁੱਛਣ ਦਾ ਮੇਰਾ ਮਕਸਦ ਹੀ ਇਹ ਸੀ ਕਿ ਇਹ ਸਾਰਾ ਲੁੱਬੇ ਲੁਬਾਬ ਉਸ ਚੀਜ਼ ਨੂੰ ਇਕੱਠਾ ਕਰਕੇ ਜਿਹੜਾ ਮਰਦਾਂ ਦੀ ਤੇ ਔਰਤਾਂ ਦੀ ਗੱਲ ਹੋ ਰਹੀ ਸੀ ਮਰਦ ਹੀ ਰਹਿੰਦਾ ਹੈ ਔਰ ਔਰਤ ਬੈਕ ਵਕਤ ਮਰਦ ਵੀ ਬਣ ਸਕਦੀ ਹੈ ਤੇ ਔਰਤ ਵੀ ਬਣ ਸਕਦੀ ਹੈ ਉਹ ਹਰ ਚੀਜ਼ ਨੂੰ ਮੈਨੇਜ ਵੀ ਕਰ ਸਕਦੀ ਹੈ ਤੁਸੀਂ provider ਵੀ ਇੱਕੋ ਬਣ ਜਿਹੇ ਸਕਦੀ ਹੈ। ਦੇ ਹੀ ਠੀਕ ਹੈ ਇਹਦਾ ਹੀ ਹੈ ਔਰ ਨੂਰਾਂ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਸਿੰਗਿੰਗ ਦੇ ਵਿੱਚ ਤੁਹਾਡਾ ਕੋਈ ਆਈਡੀਅਲ ਜਿਹਦੇ ਕੋਲ ਤੁਸੀਂ ਸਿੱਖਿਆ ਹੋਵੇ ਜਾਂ ਜਿਹਨੂੰ ਆਈਡੀਅਲ ਮੰਨ ਕੇ ਪਹਿਲੇ ਤੇ ਮੈਨੂੰ ਇਹ ਦੱਸੋ ਅੱਜ ਈਦ ਹੈ ਨਾ ਹਾਂਜੀ ਜਾਂ ਕੋਈ ਸਿਆਸਤ ਦੀਆਂ ਗੱਲਾਂ ਚੱਲ ਰਹੀਆਂ ਨਹੀਂ, ਨੇ? ਅੱਜ ਤੁਸੀਂ ਈਦ ਪੰਜਾਬ- ਯਾਰ ਮੇਰੀ ਗੱਲ ਸੁਣੋ ਈਦ ਲੱਗੇ ਅੱਜ ਈਦ ਦਾ ਸ਼ੋਅ ਹੈ ਕੋਈ ਖੁਸ਼ੀਆਂ ਦੀਆਂ ਗੱਲਾਂ ਕਰੋ ਚਲੋ ਕੋਈ ਫਿਰ ਕੱਪੜਿਆਂ ਦੀਆਂ ਗੱਲਾਂ ਕਰੋ ਕੋਈ ਚੂੜੀਆਂ ਦੀਆਂ ਗੱਲਾਂ ਕਰੋ ਕੋਈ ਮਹਿੰਦੀ ਦੀ ਗੱਲਾਂ ਕਰੋ ਕੋਈ ਬੜੀ ਖੁਸ਼ੀਆਂ ਯਾਨੀ ਇਹ ਚੀਜ਼ਾਂ ਦੀਆਂ ਗੱਲਾਂ ਕਰਨੀਆਂ ਤੇ ਮੈਂ ਤੇ ਬੋਰ ਹੋ ਗਈ ਹਾਂ ਮੈਂ ਸੋਚ ਕੇ ਹੋ ਕੀ ਰਿਹਾ ਦੱਸੋ ਕਿ कुछ सुन कि ले आज- है ना? ਹਾਂ ਜਦੋਂ ਨੂਰਾਂ ਜੀ ਕਿ ਗਾਣਾ ਸੁਣ ਕੋਈ ਗਾਣਾ ਗੁਣਾ ਗਾਣਾ ਦੋਸਤ ਸੁਣਦੇ ਕਰੇਲੇ ਦੀ ਗੱਲ ਕਰੀ ਸ਼ਾਇਰੀ ਕੀ ਕਰੀ ਗਾਣਾ ਸੁਣਦੇ ਅਜੀਬ ਗੱਲਾਂ ਹੋ ਰਹੀ ਅੱਛਾ ਮੈਂ ਇੱਕ माफ कर ਚੀਜ਼ दो सानू मैं एक चीज ऐसे ये जर्नलिज्म सारा में लोग ज़ोहैब का बिठाओगे ना तो ज़ोहैब ने अच्छा शुरू रहेगा। किया। मेरे पे डाल दे। नूरन जी पता क्या चीज है मैं आपको एक चीज बताऊं वैसे आप हैं सिंगिंग से आर्टिस्ट हैं वैसे ज़ोहैब मीडिया से हैं और ये जब सारे मैं एंकर बताती हूँ आपको, जब भी हैं। प्रोग्राम का रिदम सो- शुरू होता है ना तो फिर हौली हौली ना बंदा उस पास से जाएगा डेफिनेटली तुसी इस चीज तो बोर होगे लेकिन इन्हें को ना ईद दिन कोई मसला नहीं है एनर्जी फील मुझे अच्छा लग रहा है थोड़ा सा ऐसा भी होना चाहिए ताकि तुम्हारा शो एनर्जी फील जर्नलिज्म में क्या और जर्नलिज्म में ऐसा यार फील्ड खिंच लेगी ना दया करो जर्नलिज्म ਇਹੋ ਜੀ ਫੀल्ड ਹੈਗੀ ਨਾ ਕਿ ਉਹ हाँ, मेरी- बहुत एक्सपेंडेड हैगी ये बात बहुत कोई चीज़ें है, आ सकती ये बात है सही कह रही अच्छा जी भाई साहब दसो की दसना की पूछना चाहना ਪੁੱਛਣਾ ਹੈ पूछना ਚਾਹਨਾ ਕਿ पूछना तो मैं दसना है। ਹਾਂ ਪੁੱਛਣਾ ਹੈ ਚਾਹਨਾ ਕਿ ਜਿਹੜਾ ਤੁਸੀਂ ਮਾਸ਼ਾਅੱਲਾ ਹੈ ਜਿਹੜਾ ਤੁਸੀਂ ਡਾਕੂ ਵਾਲਾ ਗੈਟਅਪ ਬਣਾਇਆ ਹੈ अच्छा ਤੇ ਇਹ ਕੀ ਫਿਲਮ ਆਫਰ ਹੋਈ ਸੀ ਜਾਂ ਸੋਚਿਆ ਕਿ ਬੱਚੇ ਨੂੰ ਡਰਾਵਾਂਗਾ ਫੀਲਡ ਤੇ ਜਾ ਕੇ ਜਿਹੜਾ ਪੁੱਛੇਗਾ ਕੀ ਕੀਤਾ ਹੈ? ਓਏ ਤੈਨੂੰ ਕੀ ਪਤਾ ਮੈਂ ਕੀ ਕੀਤਾ ਆ ਬੜਾ ਕੁਝ ਕੀਤਾ ਹੈ ਅਜੇ ਤੂੰ ਬੱਚਾ ਹੈ बस दाढ़ी रख ली ते दाढ़ी सज गई ते दाढ़ी चल गई और दाढ़ी साडे देखा देखी बहुत सारे लोगों ने रख ली ते फिर उन ब्रांड बन गया ते उन कटा नहीं सकते ਤੇ ਉਹ ਇਹ ਰੌਲਾ ਪੈ ਗਿਆ ਬਿਗਲੀ ਪੁੱਛਦੀ ਨਹੀਂ ਕਿ WhatsApp ਕੀ बीवी ਹੈ? ਨੂੰ ਪਸੰਦ है ਪਸੰਦ ਹੈ ਪੱਕੀ ਗੱਲ ਉਹ ਪਸੰਦ ਕਰਦੀ ਹੈ ਸਾਰੀ ਚੀਜ਼ ਚਲੋ ਮਾਸ਼ਾਅੱਲਾ ਅੱਛਾ ਬਤੂਲ ਜੀ ਇਹ ਦੱਸੋ ਮੈਨੂੰ ਕਿ ਕਦੀ ਜ਼ਿੰਦਗੀ 'ਚ ਐਸਾ ਹੋਇਆ ਕਿ ਕਿਸੇ ਐਸੇ ਚਿਹਰੇ ਨੂੰ ਦੇਖ ਕੇ ਦਿਲ ਦੀਆਂ ਤਾਰਾਂ ਕਦੀ ਖੜਕੀਆਂ ਹੋਣ ਇਹ ਕੀ ਸਵਾਲ ਪੁੱਛ ਲਿਆ ਤੁਸੀਂ रोमांटिकली हाँ कोई अच्छा लगा जिंदगी में हाँ, जो लगा उससे शादी कर ली ਤੁਸੀਂ ਸ਼ਾਦੀ ਕਰ ਹਾਂ, ਚੰਗਾ ਮਤਲਬ ਹੈ। ਮੁਹੱਬਤ ਜਿਹੜੀ ਤੁਸੀਂ ਜ਼ਿੰਦਗੀ 'ਚ ਚਾਹੀ ਉਹ ਤੁਹਾਨੂੰ ਹਾਸਲ ਹੋਈ जी। ਉਹ ਚੰਗਾ ਹੋਇਆ ਗੱਲ ਦਾ ਜਵਾਬ ਮੈਂ ਕਿ ਜਿਹੜਾ ਚੰਗਾ ਲੱਗਾ ਉਹਨੂੰ ਖਿੱਚ ਕੇ ਜੁੱਤੀ ਮਾਰੀ नहीं उत्थे शॉर्ट सर्किट हो गया दिल दियां तारां दा शॉर्ट सर्किट हो गया ਹਾਂ ਜੀ ਤੁਸੀਂ ਦੱਸੋ शॉर्ट सर्किट है ਸ਼ਾਰਟ ਸਰਕਟ ਦਿਲ ਦੀਆਂ ਤਾਰਾਂ ਖੜ ਗਈਆਂ ਇੱਥੇ ਤਾਰਾਂ ਸੜ ਗਈਆਂ ਨੇ ਇੱਥੇ ਸ਼ਾਰਟ ਸਰਕਿਟ ਹੋ ਗਿਆ सड़ क्यों गई यार एक ही मतलब है गलत तारा लगा लिए तुझे आपस में प्लस माइनस जोड़ देता है यार की नहीं शॉर्ट सर्किट बहुत ਬਹੁਤ बहुत ਬਾਰੀ ਖੜਕੀਆਂ बहुत बारी ਹਰ ਵਾਰੀ ਖੜਕਦੀ ਇਹ ਖੜਕ ਸਿੰਘ ਦੀਆਂ ਖਿੜਕੀਆਂ ਤੇ ਖੜਕ ਸਿੰਘ ਦੀਆਂ ਖਿੜਕੀਆਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਦਮੀ ਨੂੰ ਇਨਸਾਨ ਨੂੰ ਦੂਸਰਾ ਇਨਸਾਨ ਪਸੰਦ ਆ ਸਕਦਾ ਨਾ ਕੋਈ ਖੂਬਸੂਰਤ ਹੈ ਕੋਈ ਅੱਛਾ ਦਿਖ ਰਿਹਾ ਹੈ ਕੋਈ ਪਲੇਜ਼ੈਂਟ ਪਰਸਨੈਲਿਟੀ ਹੈ ਤੁਸੀਂ ਥੋੜਾ ਜਿਹਾ ਉਹਦੇ ਨਾਲ ਵਕਤ ਤੁਹਾਨੂੰ ਅੱਛਾ ਲੱਗ ਰਿਹਾ ਤੇ ਅੱਛਾ ਲੱਗਣਾ ਕੋਈ ਬੁਰੀ ਚੀਜ਼ ਨਹੀਂ ਹੈ
ਮੇਰੇ ਖਿਆਲ ਨਾਲ ਪਿੱਛੇ ਪੈ ਜਾਣਾ ਹਾਂ ਪਿੱਛੇ ਪੈ ਜਾਣਾ ਬਿਲਕੁਲ ਬੁਰੀ ਚੀਜ਼ ਹੈ ਉਹਦੀ ਅਗੇਂਸਟ ਦ ਵਿਲ ਯਾਨੀ ਕਿ ਅਗਲਾ ਨਾ ਚਾਹ ਰਿਹਾ ਹੋਵੇ ਤੇ ਤੁਸੀਂ ਪਿੱਛੇ ਪੈ ਮੇਰੇ ਜਾਓ ਅਗਲਾ ਚਾਹ ਰਹੇ ਤੇ ਪੈ ਜਾਓ ਮੈਂ ਪਿੱਛੇ ਕਹਿੰਦੀ ਆ ਇਹ ਸਵਾਲ ਇਹਨਾਂ ਕੋਲੋਂ ਜ਼ਿਆਦਾ ਬਿਹਤਰ ਹੈ ਜੇ ਪੁੱਛਿਆ ਜਾਏ ਕਿ ਤੁਸੀਂ ਦੱਸੋ ਤੁਹਾਡੀਆਂ ਤਾਰਾਂ ਕੀ ਤਾੜੀਆਂ ਖੜਕਦੀਆਂ ਰਹੀਆਂ ਨੇ ਤੁਹਾਡੀਆਂ ਤੇ ਤਾਰਾਂ ਤੇ ਝੰਡੇ ਖੜੇ ਨੇ ਨਹੀਂ ਨਹੀਂ ਉਹਦੇ ਝੰਡੇ ਖੜੇ ਨੇ ਮੇਰੇ ਤੇ ਲੋਕਾਂ ਨੇ ਕਸੀਦੇ ਲਿਖੇ ਨੇ ਸਾਡੇ ਕੋਲੋਂ ਸਿੱਕੇ ਤੇ ਲੋਕਾਂ ਨੇ इश्क सुनाओ सीखा है। जरा अपनी एक कोई कहानी सुनाओ ना सानू एक तो बड़ी मशहूर है इनकी पूरी टीवी में भी चलती रही है WhatsApp सुना दो WhatsApp सुना दो आप अपने शायद ਤੁਸੀਂ ਆਪਣੇ ਮੂੰਹ ਦੱਸੋ ਮੈਂ ਦੱਸੀ ਤੇ ਕੀ ਕੀਤਾ ਸੀ ਤੁਸੀਂ ਕਿਹੜਾ ਸਨ ਨਿਊਜ਼ ਤੇ ਬੈਠਾ ਕਿਹੜਾ ਚੰਨ ਚੜਾਇਆ ਸੀ ਇਹ ਦੱਸ ਦਿਓ ऐसे में पता है जिथे जाने एक दास्तान शुरू हो जाती है जहाँ जाते हैं अपने निशान छोड़ जाते हैं हाँ। कितने कितने गए हो फिर मैं समझ लो कि पाकिस्तान तो लेके मार्स ਦਾ ਵੀ ਸਾਰਾ ਸਫ਼ਰ ਕੀਤਾ ਹੈ सारा नॉर्थ तो साउथ हर शहर ਤੇ ਵਿੱਚ ਸਾਡੇ ਦਿਲ ਕੰਮ ਦਾ ਆਇਆ। ਦੱਸੀ ਜਾਂਦੇ ਨੇ प्लेनेटरी ਆਪਣੇ चेंजेस है एक मिनट शमाला को पूछ ली शमाला आपके दिल की तार कब कब खड़के ਮੇਰੇ ਦਿਲ ਦੀ ਤਾਰ ਵੈਸੇ ਇੱਕ ਹੀ ਵਾਰੀ ਖੜਕੀ ਸੀ ਮੈਂ ਤਾਰ ਫੜ ਕੇ ਖਿੱਚ ਕੇ ਬੁਲਾਵਾ ਲਾਦਾ ਹੁੰਦਾ ਇਹ ਸਿਆਸੀ ਜਵਾਬ ਹੈ ਇਹ ਨਹੀਂ, ਸਿਆਸੀ ਸੱਚੀ ਜਵਾਬ ਹੈ ਖੜਕੀ। ਤੇ ਇੱਥੇ ਕੋਈ ਸਿਆਸਤਦਾਨ ਤੇ ਬੈਠਿਆ ਨਹੀਂ ਮੇਰਾ ਅਸਲ ਪ੍ਰੋਬਲਮ ਹੁੰਦਾ ਤੁਸੀਂ ਵਿਆਹ ਖੜਕਾਤਾ ਫਿਰ ਵਿਆਹ ਖੜਕਾ ਉਹਨਾਂ ਦੀ ਤਾਰ ਖੜਕੀ ਉਹਨਾਂ ਨੇ ਵਿਆਹ ਖੜਕਾਤਾ ਵੈਰੀ ਅਗਲੇ ਵਾਰੀ ਪੁੱਛਿਆ ਕਿ ਤੇਰੇ ਤੇ ਕੀ ਗੁਜ਼ਰ ਰਹੀ ਹੈ ਤੁਸੀਂ ਤੇ ਦੱਸੋ ਖੜਕਾਉਣ ਦੀ ਕੀਤੀ ਉਹਨਾਂ ਨੇ ਮੈਂ ਕਹਿੰਦੀ ਹਾਂ ਤੁਸੀਂ ਦੱਸੋ ਤੁਹਾਡੇ ਤੇ ਕਿਹੜੀ ਗੁਜ਼ਰ ਰਹੀ ਹੈ ਸਾਡੇ ਤੇ ਦਾ ਪੁੱਛੋ ਅਸੀਂ ਅਕਸਰ ਲੋਕਾਂ ਨੂੰ ਕਹਿੰਦਾ ਕਿ ਮੇਰਾ ਦਿਲ ਜਿਹੜਾ ਬੜਾ ਪਰਫੈਕਟ ਹੈ ਤੇ ਉਹ ਕਹਿੰਦੇ ਨੇ ਉਹ ਕਿਵੇਂ ਉਹ ਸੋਚਦੇ ਨੇ ਕਿ ਬੜਾ ਕੋ ਕਾਮਯਾਬ ਹੈ ਬੜਾ ਪਤਾ ਨਹੀਂ ਕੀ ਕੀਤਾ ਹੈ ਤੇ ਜਗ੍ਹਾ ਜਗ੍ਹਾ ਦਿਲ 'ਚ ਛੋਟੇ ਛੋਟੇ ਬਹੁਤ ਸਾਰੇ ਸੁਰਾਖ ਅੱਛਾ ਤੇ ਨੂਰਾ ਹੁਣ ਜੀ ਸਮਝ ਲਓ ਕਿ ਉਹ ਜਿਹੜਾ ਦੌਰ ਹੈ ਨਾ ਉਹ ਗਿਆ ਪੇਸ਼ ਖਿਲਾ ਲਿਆ ਰੱਬ ਨਾਲ ਸੋਚਿਆ ਹੈ ਕਿ ਯਾਰ ਕਿਸੇ ਮੁਹਤਾਜ ਆਦਮੀ ਨੇ ਕਿਸੇ ਨੂੰ ਕੀ ਮੁਹੱਬਤ ਦੇਣੀ ਹੈ ਉਹ ਜਿਹੜਾ ਬੰਦਾ ਹੀ ਆਪ ਮੰਗਣ ਵਾਲਾ ਹੈ ਤੇ ਉਹਨੇ ਮੈਨੂੰ ਕੀ ਦੇਣਾ ਹੈ ਤੇ ਫਿਰ ਲਾਇਆ ਉਹਦੇ ਨਾਲ ਇਸ਼ਕ ਜਿਹੜਾ ਸਾਰਿਆਂ ਨੂੰ ਦੇਣ ਵਾਲਾ ਹੈ ਉਹਦੇ ਬਾਅਦ ਫਿਰ ਰੱਬ ਨੇ ਮੇਰੇ ਮੁਹੱਬਤ ਦੇ ਵਿੱਚ ਇਜ਼ਾਫਾ ਕਰਤਾ ਫਿਰ ਜ਼ਿਆਦਾ ਲੋਕੀ ਬਿਊਟੀਫੁਲ ਮੈਨੂੰ ਪਲੇਟ ਪਸੰਦ ਕਰਦੇ ਬਿਊਟੀਫੁਲ ਸਨ ਪਲੇਟ ਤੇ ਮੈਂ ਕਿਸੇ ਪਿੱਛੇ ਜਾਂਦਾ ਨਹੀਂ सियासी जवाब देता है इन्होंने बस बोल खूबसूरत भी था Beautiful बहुत play. अच्छा था बिल्कुल इतना ही इन्हें मुझे अच्छा लगा ये जवाब कवर ड्राइव पे आके खेले कभी प्यार होया किसी दे नाल मोहब्बत हुई मिली हासिल हुई या अधूरी रह मैं गई भी देखना चाहता हाँ वो नानू दसो जरा ਮੁਹੱਬਤ ਔਰ ਪਿਆਰ ਅੱਜਕੱਲ ਦੇ ਦੌਰ ਵਿੱਚ ਬਹੁਤ ਮੁਸ਼ਕਿਲ ਹੈ ਗੱਲ क्यों जी ਸਹੀ ਕਹਿ ਰਹੀ ਆ की है महंगाई हो गई है ਮਹਿੰਗਾਈ ਕੀਮਤਾਂ ਵਧ ਗਈਆਂ ਨੇ ਡਿਮਾਂਡ ਵੱਧ ਗਈ ਡਿਮਾਂਡ ਵੱਧ ਨਾਲ ਗਈ ਬੱਚਾ ਵੈਸੇ ਵੀ ਪਿਆਰ ਨਹੀਂ ਮਿਲਦਾ प्यार नहीं मिलता ਪਿਆਰ ਤੇ ਦਿਲ ਨਾਲ ਦਿਲ ਦੇ ਹੁੰਦੇ ਨੇ ਅੱਛਾ ਇੱਕ ਚੀਜ਼ ਬਤੂਲ ਜੀ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗੀ ਬੇਸਿਕਲੀ ਮੁਹੱਬਤ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਤੁਹਾਡੀ ਨਜ਼ਰ ਚ ਕੀ ਹੈ ਮੈਨੂੰ ਲੱਗਦਾ ਹੈ ਕਿ ਮੇਰੀ ਸ਼ਾਦੀ ਨੂੰ 10 ਸਾਲ ਹੋ ਗਏ ਨੇ ਤੇ ਮੈਨੂੰ ਲੱਗਦਾ ਹੈ ਕਿ ਰਿਸਪੈक्ट इज एक्चुअली मोहब्बत ਹੁੰਦੀ ਹੈ रिस्पेक्ट मोहब्बत ਹੁੰਦੀ है आपने जो दिल की तारों की बात की रोमांटिकली इन्वॉल्व होना या अट्रैक्शन होना वो बिल्कुल उसके हिस्से जरूर है लेकिन इफ यू कैन नॉट रिस्पेक्ट ईच अदर इफ आप एक दूसरे ਨੂੰ ਇੱਜ਼ਤ ਨਹੀਂ ਦਿੰਦੇ ਆਪਣੇ ਆਪ ਨੂੰ ਤੁਸੀਂ ਝੂਠ ਚ ਪਾਇਆ ਹੋਇਆ ਕਿ ਮੁਹੱਬਤ ਹੈ तो एक्चुअली रिस्पेक्ट इज लव ਤੇ ਦੋਵੇਂ ਰਿਲੇਸ਼ਨਸ਼ਿਪ ਦੇ ਵਿੱਚ ਟਰਸਟ ਦਾ ਕਿੰਨਾ ਉਹ ਅਮਲ ਹੈ। ट्रस्ट वो अंग्रेजी में वो होता है ना कि इफ यू लव somebody set them free तो ਇਹ ਵੈਸੇ ਅੰਗਰੇਜ਼ੀ ਦੀ ਕਹਾਵਤ ਨਹੀਂ ਹੈਗੀ वो कहीं भी गया ये रूमी ने कहा है मेरे ना पास ही आया रूमी बात रूमी अच्छी ने है भी मेरे कहा है हर जाई हाँ परवीन चाचा रूमी ने कहा है तो मुझे लगता है कि आप लोगों को जिससे आप मोहब्बत करते हैं आप उसको आजाद छोड़ें और मोहब्बत कैद नहीं होती तो कहा कि अगर वो वो लौट कर खवातीन बड़ी पॉजिटिव पूरा- होती है ना वैसे और पोजेसिवनेस बिल्कुल मोहब्बत नहीं होती मोहब्बत नहीं होती मोहब्बत होती है कि आप एतबार करें आप उसको वो करने दें जो उसको पसंद है अगर वैसे उसमें कोई बुराई है तो वो तो वैसे ही जाहिर हो जाएगी लेकिन इंटेंशनली किसी को पोक करते रहना और उसको अपने पैरामीटर्स में ढालना मोहब्बत नहीं है मुझे लगता है कि एक दूसरे को आज़ाद छोड़ना एतबार के साथ और इज्जत देना ही मोहब्बत है। कितनी को ट्रस्ट देना चाहिए कितना को ट्रस्ट देना हाँ। चाहिए ब्लाइंड ट्रस्ट ब्लाइंड ट्रस्ट ब्लाइंड ट्रस्ट वैसे मैंने कहा जैसे मैंने ए, कहा बदल गया। इनका हल्का सा check मैंने तो ब्लाइंड ट्रस्ट दिया हुआ है। ये पूरे माशरे के मर्दों की अक्कासी कर रहे हैं ये दो जहन मैंने तो नहीं कहा मैं तुम्हारे साथ हूं एक और एक और एक 11 होते हैं नहीं मैं पाने में ਨਾਲ ਆ ਤੁਸੀਂ ਆਪਣਾ ਸੰਭਾਲੋ अच्छा नूरा जी कुछ मोहब्बत देना चाह रही थी नूरा जी मैंने कहा वैसे इनका काफी एक्सपीरियंस बोल रहा है किस इनको बारे का? पता है इन बातों का और यही बात एक सबक है सब ਤੁਹਾਡੇ ਬਾਰੇ ਇਸ लोगों के लिए भी एक सबक है बतूल जी जी बिल्कुल जो आप बातें कर रही हैं जी ये आम बातें नहीं अगर कुछ समझे ना इंसान तो ये आम बातें नहीं है ਕਿਉਂਕਿ ਇਹ ਗੱਲਾਂ ਜਿਹੜੀਆਂ ਨਾ ਅੱਜਕੱਲ ਦੇ ਦੌਰ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਪਿਆਰ ਮੁਹੱਬਤ ਤੇ ਸਭ अच्छा मैं अक्सर एक चीज I नोटिस disagree. ਕੀਤੀ ਹੈ ਪਿਆਰ ਮੁਹੱਬਤ ਦੇ I ਮਾਮਲੇ 'ਚ ਨਾ disagree. ਲੋਕੀ ਬਹੁਤ ਜਜ਼ਬਾਤੀ ਜੇ ਹੋ ਜਾਂਦੇ ਆ Strong ਮੇਰਾ ਮੰਨਣਾ ਐਵੇਂ ਪਿਆਰ ਦੀ ਮੁਹੱਬਤ ਦੇ ਬਾਰੇ 'ਚ ਚੀਜ਼ ਇਹ ਹੈ ਸਾਨੂੰ ਇਹ ਵੈਸੇ ਪੁੱਛੋ
ਸਾਨੂੰ ਨਹੀਂ ਪੁੱਛ ਰਹੇ ਬਿਲਕੁਲ ਤੁਸੀਂ ਦੱਸੋ ਤੇ ਮਤਲਬ ਮੁਹੱਬਤ ਦਾ ਮਤਲਬ ਤੁਸੀਂ ਸਾਰਾ ਕੁਝ ਪੁੱਛ ਰਹੇ ਹੋ ਫॉर मी ਮੁਹੱਬਤ ਦਾ ਮਤਲਬ ਹੈਗਾ ਸਕੂਨ पीस पीस इंटरनल Relax. पीस ये देखिए समझ रहे ना Internal peace. मतलब वो कभी मोहब्बत मिले का मतलब ही सुकून है कि जिसको आप ਕਬਰ ਵਿੱਚ देखें ਲੱਭਦਾ ਇਟਰਨਲ ਪੀਸ ਮੈਂ ਦੱਸ ਰਹੀ बुढ़िया खोजी होते फिर कबर च लभना सा इटर्निटी वाला पीस नहीं हो रहा है इंटरनल पीस हो रहा है लेकिन मैं शमाला जी दस रहा ਤੁਸੀਂ chicken मेरे piece वास्ते ਨਾ ਸਮਝ ਲਿਆ। ਮੁਹੱਬਤ ਸ਼ਾਹੀ ਮੇਰੇ ਵਾਸਤੇ ਮੁਹੱਬਤ ਜਿਹੜਾ ਹੈ ਉਹ ਸਕੂਨ ਹੈ ਯਾਨੀ ਕਿ ਅਗਰ ਤੁਹਾਨੂੰ ਕਿਸੇ 'ਚ ਸਕੂਨ ਲੱਭ ਰਿਹਾ ਨਾ ਤੁਸੀਂ ਉਹਦੇ ਨਾਲ ਬੈਠ ਕੇ ਥੋੜੀ ਦੇਰ Well said. ਭੁੱਲ ਜਾਂਦੇ ਹੋ ਕਿ ਮੈਂ ਕਿੱਥੇ ਆ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਅਗਰ ਉਹ ਤੁਸੀਂ ਉਹਦੇ ਨਾਲ ਤੁਸੀਂ ਕਿਸੇ ਛੋਟੀ ਜਗ੍ਹਾ ਤੇ ਮੰਜੀ ਤੇ ਵੀ ਬੈਠੇ ਤੇ ਇੰਜ ਲੱਗ ਰਿਹਾ कि मैं आसमान में हूँ और सितारे जगमगा रहे हैं और नज़ारे बदल गए हैं उसके चेहरे से लेकिन अगर किसी ने आपको इंटेंशनली मंजिल पे बिठाया हुआ है ही इज डूइंग नथिंग फॉर यू तो वो उसका प्रॉब्लम है ही शुड वर्क हार्ड फॉर यू मतलब ये नहीं कि मंजी में मंजी इज फाइन मंजी इज एब्सोल्युटली ओके लेकिन इसका ये मतलब नहीं है कि यार आप जिससे प्यार करते हैं आप उसके लिए मेहनत करते हैं लेकिन यहाँ नहीं, सवाल नहीं, ये नहीं, है नहीं, कि नहीं, ये नहीं, बैचलर नहीं, हाँ मुझे पता है वैसे कहने का मेरी मकसद तो ये just कर pulling लो his leg शमाला I'm जी just pulling his ਹਾਂ leg ਉਹ ਕਹਿੰਦੇ ਨੇ ਕਿ ਯਾਰ ਜਿੱਥੇ ਵੀ ਬੰਦਾ ਉਹਨਾਂ ਦੇ ਨਾਲ ਹੋਵੇ ਭਾਵੇਂ ਇੱਥੇ ਹੋਵੇ हाँ। ਭਾਵੇਂ ਇੱਥੇ ਹੋਵੇ ਸਕੂਨ ਲੱਭਣਾ ਚਾਹੀਦਾ लेकिन जो सुकून वाली चीज है ना यार कह नहीं सकते ना अगर कोई आपको क्वेश्चन नहीं शमाइला अगर कोई आपको क्वेश्चन नहीं कर रहा ना और आपको एतबार करे वो होता है सुकून यार वो 2-4-5 घंटे if नहीं somebody- सुकून की डेफिनेशन हर बंदे की अपनी अपने को अपनी है 2-4-5 घंटे भी चलेगा किसी को हाँ। नहीं मुझे लगता है कि जो ताहयात होना चाहिए दुनिया में तो कुछ भी ताहयात नहीं मतलब हम सब भी कुछ नहीं है फानी है ਹਾਂ ਬਿਲਕੁਲ लेकिन ਇਦਾਂ ਹੀ ਹੈ क्यों ਤੁਸੀਂ ਤਾਂ ਇੱਕ ਹਰ ਚੀਜ਼ ਦਾ ਨਾ ਬਸ मुतनाज़िर बना रहे हैं आप, मुतनाज़िर नहीं, मोहब्बत ਜਿਹੜੀ को ਤੁਸੀਂ ਗੱਲ इश्क ਕੀਤੀ मिजाजी रबड़ वाली है ਤੁਸੀਂ नहीं खींचोगे लंबी अच्छा। होएगी नहीं मजाजी की नहीं है उसकी उसकी मैं तो लोकल वाली मिजाजी की बात है। कर रही हूँ हकीकी का अभी तक मेरा हकीकी का नहीं हम गए हकीकी में वो इन्वॉल्व ना नास्ताई जानदे हो हाँ। जिथे ਸਾਨੂੰ ਅਸੀਂ ਕੀ ਮਜਾਜ਼ੀ ਮਤਲਬ नहीं मैं तो चूंकि ਮਜਾਜ਼ੀ ਵਾਲੇ ਚੱਕਰ 'ਚ ਪਏ मैं ਹਲੇ तो मिजाजी ਇੱਥੋਂ ਨਿਕਲਾਂਗੇ ਤੇ ਉੱਥੇ ਜਾਵਾਂਗੇ लेकिन शुमाइला मैं आपको एक बात बताऊं ये इम्पोर्टेंट है ਉੱਥੇ ये ਜਿਹੜਾ इम्पोर्टेंट है सुकून है ਉੱਥੇ नहीं है ये इम्पोर्टेंट बात है यार ढंग तो लग ही हस्बैंड जाता है। वाइफ का जो रिलेशनशिप है जो हमारे रिलीजन ने जिस तरह से उसको करने का कहा है निभाने का कहा है अगर आप उस तरह से डील करते हैं एक दूसरे को तो उसमें है ताहयात हाँ, है। प्लीज जोहेब जी है एग्री ये मेरी कंडीशन नहीं है कि आप मुझे रिस्पेक्ट दें ये मेरे दीन ने कहा है कि आप मुझे रिस्पेक्ट दें बिल्कुल ऐसे ही। अगर मैं अपने हस्बैंड को रिस्पेक्ट कर रही हूँ तो मेरा नहीं भी दिल चाह रहा पर मुझे देना है तो मुझे लगता है हमारी तालीमात ही इतनी आसान है कि हमें जैसे इतना बीवी सोचने पे की एक जरूरत सबसे नहीं। ज्यादा हक उसके खावन का है और बेटे पर सबसे ज्यादा हक उसकी माँ उसकी का माँ है, का है बिल्कुल। सो ये दोनों सिचुएशन अल्लाह ताला ने बैलेंस की हैं और बीवी पे नहीं। सबसे ज्यादा हक उसके शौहर का शौहर का है बिल्कुल तो बिल्कुल जी ਇਹੋ ਜੀ ਗੱਲਾਂ ਹੋ ਰਹੀਆਂ ਨੇ है लेकिन फिर इनको मजा नहीं आएगा तो चेंज अच्छा नहीं चाहिए नहीं मोनीसा जी अगर नहीं, बिल्कुल नहीं है ऐसा कहा और मैं दोस्ती वैसे आज ईद के एक दिन मोहब्बत मजाक का रिश्ता। कर रही हूँ हाँ, बिल्कुल, और बिल्कुल। बुरा लगा। शुमाइला जी ने सुन लो। वैसे था, अच्छा लगा मुझे एक मेरे लिए एक नहीं मैंने लगी है, बात शो है जो आप कर मैसेज रही दे हैं रहे हैं। और मेरा शोबिस का जी, जी, वो बिल्कुल। आप जब बातें छेड़ते थे मुझे अच्छा लग रहा था बुरा नहीं लग रहा था मैंने वैसे ही थोड़ा सा चेंज किया कि यार ईद का अच्छा, दिन अच्छा, है, मैं आपको इंटरव्यू नहीं कर रही अच्छा। इतनी वजाहत की जरूरत नहीं है मुझे नहीं। मुझे यकीन है। ਬਤੌਲ ਜੀ ਉਹਨਾਂ ਨੂੰ ਕਦੇ ਕਿਸੇ ਨੇ ਗੱਲਾਂ ਨਹੀਂ ਦੱਸੀਆਂ ਉਹਨਾਂ ਨੇ ਹਮੇਸ਼ਾ ਹੀ ਦੱਸਿਆ ਹੈ ਇਧਰੋਂ ਸ਼ੁਰੂ ਸਾ ਰੇ ਇਧਰ ਫਿਰ ਖਤਮ ਕਿਤੇ ਗਏ वैसे ਅਸੀਂ ਉਸਤਾਦ ਨਹੀਂ ਹੈ ਅਸੀਂ ਉਸਤਾਦਾਂ ਕੋਲ ਸਿੱਖਿਆ ਜ਼ਰੂਰ ਹੈ नहीं वही कह रहे हैं तो उस्तादों ने सिखाना है ਜਿਨ੍ਹਾਂ ਨੇ ना ਉਸਤਾਦਾਂ साथ ਕੋਲ ਨਹੀਂ शुरू करना ਸਿੱਖਿਆ है। ਉਹ ਤੁਹਾਨੂੰ कर ਪਤਾ ले ਹੀ वैसे ਹੈ आप ਜਿਨ੍ਹਾਂ ਇੱਕ ਮਿੰਟ ਕੀ ਕਰ ਜਿਨ੍ਹਾਂ ਨੇ ਰਹੀ? ਉਸਤਾਦਾਂ ਕੋਲ ਨਹੀਂ ਸਿੱਖਿਆ ਉਹ ਤੁਹਾਡੀ ਤਰ੍ਹਾਂ ਐਸੇ ਹੀ ਕਿਦਾਂ ਸਾਖ ਜਾ ਰਹੇ लेकिन ਇਹ ਹੁੰਦਾ ਹੈ। यही तो सुरे सारे यही गा तो मा कहना पा दा सारी। नी सा ਹਾਂਜੀ सा वही ਸਾਹ सुर- ਲੈਣ ਦਿਓ ਉਹਨਾਂ ਨੂੰ ਸਾਹ ਲੈਣ ਦਿਓ वही कह रहे हैं सालो बिस्मिल्लाह करो अच्छा मोनीसा जी ਮੁਹੱਬਤ ਔਰ ਦੋਸਤੀ ਅਗਰ ਇਹ ਰਿਸ਼ਤੇ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਸਾਹਮਣੇ ਦੋ ਰਿਸ਼ਤੇ ਹੋਣ ਮੁਹੱਬਤ ਔਰ ਦੋਸਤੀ ਦਾ ਤੁਸੀਂ ਕਿਹੜੇ ਇੱਕ ਰਿਸ਼ਤੇ ਨੂੰ ਚੁਣਨਾ ਚਾਹੋਗੇ बड़ा मुश्किल सवाल कर लिया मेरे मोहब्बत को के बगैर दोस्ती होती नहीं नहीं दोस्ती में मोहब्बत नहीं होनी चाहिए दोस्ती में दोस्ती होनी वो चाहिए दोस्ती नहीं होती वो तो एवं ही फिर की मतलब है बैठ रही यार घर में क्लियर करो यार अभी तक की मतलब है यार दोस्त- जुबानी गला नहीं 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 जुबानी नहीं है मतलब दोस्ती विदाउट मोहब्बत कैसे हो सकती है दोस्त से मोहब्बत ही नहीं तो फिर दोस्त का आएगा जहाँ मोहब्बत आ गई तो दोस्ती अच्छा यार कैसी? लड़का लड़का दोस्त भी हो सकता है ना एक चीज मतलब सुनो दोस्त में मोहब्बत ही नहीं है तो दोनों की जेड़े तो लड़के मोहब्बत हो लड़के दोस्त सकती है है ना ना एना तो सिस्टर लड़का अमेरिका लड़के से खत्म हो गया है। ओए ओ वाली गल नहीं कर रहे ਉਹ ਵਾਲੀ ਗੱਲ ਨਹੀਂ ਕਰ ਯਾਰ ਕੀ ਗੱਲ ਹੈ ਯਾਰ ਬਟ ਜੀ शुमाला
है ਤੁਸੀਂ ਪੁੱਛੋ अच्छा अगर ਤੁਹਾਨੂੰ एक चीज चुननी पवे दोस्ती और मोहब्बत जरूरी नहीं है कि मोहब्बत किसी आदमी नाल मतलब दोस्ती किसी आदमी नाल ही होवे कोई फीमेल नहीं मैं मोहब्बत चूज करती और फिर दोस्ती साइड रहती, दोस्ती ना होती। अच्छा मोहब्बत ਤੁਹਾਡੀ नजर से दोस्ती का रिश्ता इंपॉर्टेंट है मोहब्बत का रिश्ता जो मोहब्बत का रिश्ता है वो बहुत क्लोज एंडेड होता है, सिर्फ मोहब्बत हो तो दोस्ती की वजह से मोहब्बत स्ट्रांग होती है। तो दोस्ती बिल्कुल नहीं ਤੁਹਾਡੀ नजर से मोहब्बत या दोस्ती दोस्ती क्या बात है हाँ जी भट्ट सर दोनों ही जल्दी है मेरे ख्याल से मोहब्बत तो बगैर दोस्ती नहीं होती दोस्ती नहीं मोहब्बत होएगी तो दोस्ती होएगी जिस तरह मोहब्बत होएगी ਉਹਨੂੰ ਮੈਂ ਕਹਾਂਗਾ ਮੇਰਾ ਯਾਰ ਬਣ ਜਾ ਉਹ ਐਸੇ ਹੈ ਕਿ ਪਹਿਲੇ ਜਿਹੜਾ ਸਟੈਪ ਹੈਗਾ ਉਹ ਦੋਸਤੀ ਦਾ ਹੁੰਦਾ मोहब्बत ਦੇ ਨਾਲ ਫਿਰ ਦੇਖੋ ਬਾਅਦ ਵੱਧਦੀ ਹੈ ਤੇ ਉਹ ਮੁਹੱਬਤ ਬਣ ਅੱਛਾ ਜਾਂਦੀ ਮੇਰਾ ਹੈ। ਥੋੜਾ ਪੁੱਠਾ ਚੱਲ ਰਿਹਾ ਅੱਛਾ ਇਹ ਨਹੀਂ ਕਿ ਪਹਿਲੇ ਮੁਹੱਬਤ ਹੁੰਦੀ ਫਿਰ ਹਾਂ। ਦੋਸਤੀ ਠੀਕ ਹੈ ਮੈਂ ਮੈਟਰ ਨਹੀਂ ਕਰਦਾ ਨਾ ਮੇਰੇ ਵਾਸਤੇ ਕੋਈ ਨਹੀਂ ਉਹ ਇਸ ਤਰ੍ਹਾਂ ਹੋ ਸਕਦਾ ਹੈ। everyone who shakes hand with me is not my friend ਨਹੀਂ ਉਹ ਠੀਕ ਹੈ ਫਰੈਂਡ ਜਦੋਂ ਮੈਂ ਦੋਸਤ ਕਹਿ ਰਿਹਾ ਉਹ ਬੜਾ ਅਹਿਮ ਆਦਮੀ ਹੈ ਨਾ ਹੁਣ ਹਰ ਕੋਈ ਮੇਰਾ ਦੋਸਤ ਨਹੀਂ ਹੈਗਾ ਹਾਂ। ਤੁਸੀਂ ਮੈਨੂੰ ਕਹੋ 5 ਬੰਦਿਆਂ ਨੇ ਮੇਰੇ ਨਾਲ ਹੱਥ ਮਿਲਾਏ ਨਾ ਮੇਰੇ ਦੋਸਤ ਨਹੀਂ ਹੈਗੇ ਹਾਂ। ਆ ਮੈਨੂੰ ਜਾਣਦੇ ਨੇ ਦੈਟਸ ਓਕੇ ਲੇਕਿਨ ਮੇਰਾ ਦੋਸਤ ਹੋਏ ਜਿਹਦੇ ਨਾਲ ਮੈਂ ਮੁਹੱਬਤ ਕਰਨਾ ਵਾ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨਡੀਡ ਉਹ ਤੇ ਠੀਕ ਹੈ अच्छा नीड वाली गल हो रही है ਅਗਰ ਨੀਡ से ਤੁਹਾਡਾ ਦੋਸਤ ਕੰਮ ਨਹੀਂ ਆਇਆ ਫਿਰ ਕਾਹਦਾ ਦੋਸਤ ਨਹੀਂ ਲੇਕਿਨ ईद की मुनासबत पर मैं एक चीज पूछना चाहनी है बतूल जी ऐसे साडे उत्ते देखो ना जी सॉरी ये दसो कि या मेरे बच्चे घर पे तो कीप चेकिंग ऑन ईद के मौके ते कोई ऐसी बचपन दी शरारत ਜਿਹੜੀ ਹੁਣ ਤੱਕ ਯਾਦ ਹੋਵੇ और मुझे लगता है हम शरारती नहीं थे ਚਾਹਤਾ ਨਹੀਂ ਕਰਦੇ ਸੀ ਕਦੀ ਤੇ ਮਾਰ ਫਿਰ ਨਹੀਂ ਤੁਸੀਂ ਪਈ ਕਿਉਂ ਕਿਹਾ बाहर ਕਿ नहीं कभी कभी नहीं पड़ी। कभी भी ਨਹੀਂ ਤੁਸੀਂ ਫਿਰ ਕਿਹਾ ਕਿ ਮੈਂ ਬਾਗੀ ਤਬੀਅਤ ਦੀ ਸੀ ਤੇ ਫਿਰ ਉਹ ਬਾਗੀ ਸ਼ਰਾਰਤਾਂ ਤਾਂ ਤਬੀਅਤ ਹੁੰਦੀਆਂ ਕਿਵੇਂ ਹੋਣਗੀਆਂ ਉਹ ਟੈਲੀ definitely। ਕਰਦੀ ਜਦੋਂ ਕੋਈ ਸ਼ਰਾਰਤ ਹੀ ਨਹੀਂ ਤੇ ਬਾਗੀ ਤੇ ਹੀ ਹੁੰਦਾ ਹੈ ਤੂੰ ਚਾਹ ਪੀਣੀ ਨਹੀਂ ਪੀਣੀ ਤੂੰ ਛੱਤ ਜਾਣਾ ਹੈ ਤੂੰ ਕੱਪੜੇ ਪਾਣੇ नहीं पाने नहीं क्या कपड़े धो यार, के नहीं धोने मेरे अब्बा फौज में थे ना तो हमारा घर बहुत डिसिप्लिन था, हम लोग क्वेश्चन नहीं करते थे ज्यादा चीजों पे। फिर बागियत की में तो आई बहुत वो बड़े होके आ गए ना टीनेज में, क्योंकि जब मेरे अब्बा को बचपन लगा तो- फौजी बन जाओ बीज डॉक्टर तो बन जाओ बचपन तो उगता है ना फिर जाके वो दरख्त या बनता है। शरारत इस तरह की ਐਂ नहीं ਉਹਨੇ ਕਿ करते थे। ਅੱਜ ਮੈਂ ਸ਼ਰੀਫ ਆ ਤੇ ਕੱਲ ਹੀ ਮੈਂ ਬਾਗੀ ਹੋ ਜਾਵਾਂ ਅੱਬਾ ਕਹੇ ਯਾਰ ਕੱਲ ਤੇ ਮੈਂ ਤੈਨੂੰ ਕਿਹਾ ਸੀ ਇਹ ਕੰਮ ਕਰ ਗਿਆ ਅੱਜ ਤੂੰ ਮੇਰੇ ਸਾਹਮਣੇ ਖਲੋ ਗਿਆ क्योंकि ऐਵੇਂ कि स्टेप बाय स्टेप सारी चीजें हाँ चल मुझे रही लगता है, हाँ मुझे एक बात याद आई है, शरारत ही से बदला कहना चाहिए और बदतमीजी शरारत हो। मुझे लगता है कि एक लड़की थी मेरी क्लास में और हम वो जो स्कार्फ लेते हैं आप, तो उसने मेरा, आई वाज इन क्लास 5, तो उसने मेरा स्कार्फ ऐसे खींचा शरारत में तो मैंने क्या किया कि उसके जो थे नोट कर लिया सारा कुछ नहीं, तो ब्रेक में मैंने क्या किया कि वो जो ज्योमेट्री के ब्लंट होते हैं ना यूटेंसिल्स जिसपे आप बैठे तो आपको बहुत ज्यादा दर्द होती है, तो हमने वो सब चीजें उसकी सीट पे सेट कर दी। तो मैंने एक्चुअली नॉट हमने तो वो बेचारी जब बैठी तो उसने कहा ये किसने किया है, और तो मुझे लगता है वो मैंने थोड़ा गलत किया था, मुझे गलत किया इट्स फाइन कोई बात नहीं छोटी मोटी शरारतें भी इससे बंदा सीखता है क्योंकि वो इस बात पे कन्विंस नहीं हुई थी कि उसको मेरा दुपट्टा नहीं खींचना चाहिए था, वो कन्विंस नहीं हुई थी, तो मैंने कहा चलो तो बताती हूँ। ओके आई विल टेल यू हाउ आई ਅੱਛਾ ट्रीट ਤੁਹਾਡੀ दिस ਕੋਈ काइंड ਬਚਪਨ ਦੀ ਸ਼ਰਾਰਤ ਜਿਹਦੇ ਤੋਂ ਤੁਹਾਨੂੰ ਕੋਈ ਵਾਵਾ ਹੀ ਮਾਰ ਪਈ ਹੋਵੇ ਬਚਪਨ ਦੀਆਂ ਸ਼ਰਾਰਤਾਂ ਬਹੁਤ ਸਾਰੀਆਂ ਹੁੰਦੀਆਂ ਕੋਈ ਇੱਕ ਸ਼ਰਾਰਤ ਜਿਹਨੂੰ ਯਾਦ ਹੋਵੇ कोई एक शरारत है वो ये दसो कि ਤੁਹਾਡਾ ਖਾਣਾ ਅੱਬੇ ਬੰਦ ਕਰਤਾ ਹੋਵੇ ਗਿਆ ਹੁਣ ਤੂੰ ਪਹਿਲੇ ਕੁਝ ਨਹੀਂ ਖਾ ਸਕਦੀ ਸ਼ੁਰੂ ਤੋਂ ਹੀ ਖਾਣ ਪੀਣ ਦੀ ਬੜੀ ਸ਼ੌਕੀਨ, ਸਾਡੇ ਖਾਨਦਾਨ ਵਿੱਚ ਵੈਸੇ ਹੀ ਛੋਟੇ ਦਾ ਗੋਸ਼ਤ ਹੋ ਗਿਆ, ਚਿਕਨ ਨਹੀਂ ਖਾਣਾ, ਜਿਸ ਦਿਨ ਕੋਈ ਚਿਕਨ ਪਕ ਜਾਣਾ ਮੈਂ ਬਿਲਕੁਲ ਨਹੀਂ ਖਾਣਾ, ਯਾਨੀ ਇਸ ਤਰ੍ਹਾਂ ਦੀ ਕੋਈ ਜ਼ਿੱਦਾਂ ਹੁੰਦੀਆਂ ਸੀ ਛੋਟੀਆਂ ਬਈ ਉਸ ਦਿਨ ਖਾਣਾ ਹੀ ਨਹੀਂ, ਅਗਰ ਮੇਰੀ ਮਰਜ਼ੀ ਦੀ ਕੋਈ ਹਾਂਡੀ ਨਹੀਂ ਬਣੀ ਹੋਣੀ ਜਾਂ ਮੇਰੀ ਮਰਜ਼ੀ ਦੀ ਕੋਈ ਚੀਜ਼ਾਂ ਨਹੀਂ ਆਈ ਹੋਈਆਂ, ਕੁੜੀਆਂ ਘਰ ਵਿੱਚ ਆਉਂਦੀਆਂ ਸੀ, ਮਹਿੰਦੀਆਂ ਲੈ ਕੇ ਆਉਂਦੀਆਂ ਸੀ, ਭੈਣਾਂ ਸਾਰੀਆਂ ਜਦੋਂ ਦਾ ਇੱਕ ਤਿਉਹਾਰ ਹੁੰਦਾ ਸੀ, ਸੇਵੀਆਂ ਇਹ ਉਹ ਰੌਣਕਾਂ ਵਗੈਰਾ ਅੱਜ ਕੱਲ੍ਹ ਦੇ ਦੌਰ ਦੀਆਂ ਕੋਈ ਇੱਦਾਂ ਨਹੀਂ ਮੈਂ ਸ਼ਰਾਰਤ ਪਤਾ ਹੀ ਨਹੀਂ ਚੱਲਦਾ ਕੀਤੀ ਕਿ ਨਹੀਂ ਕੋਈ ਈਦ ਗੁਜ਼ਰ ਗਈ ਹੈ। ਕੋਈ ਪੈਸੇ ਲੈ ਕੇ ਕਦੀ ਕਿਸੇ ਦਿਨ ਨੱਠੇ ਹੋ ਤੁਸੀਂ ਈਦ ਦੇ ਬੜੀ ਵਾਰੀ ਕਸਮ ਨਾ ਮੇਰੀਆਂ ਭੈਣਾਂ ਦੇ ਪੈਸੇ ਵੈਸੇ ਜਿਹੜੇ ਉਹ ਆਪਣੇ ਵਿਚਾਰੇ ਬਟੂਏ ਲੁਕਾ ਇਕੱਠੇ ਲਈਏ। ਕਰਕੇ ਉਹਨਾਂ ਦੇ ਹੱਥੀ ਜਾਂਦੇ ਬਟੂਏ ਸੀ ਲੁਕਾ ਨਾ, ਲਈਏ ਉਹ ਵੀ ਮੈਂ ਲੈ ਕੇ ਚੋਰੀ ਕਰਕੇ ਛੁਪਾ ਕੇ ਤੇ ਚਲੀ ਜਾਂਦੀ ਸੀ, ਇਹ ਮੇਰੇ ਕੋਲ ਤਾਂ ਨਹੀਂ ਬਿਲਕੁਲ ਨਹੀਂ। ਅੱਛਾ ਮੇਰੇ ਮਨੀਸ਼ ਕੋਲ ਜੀ ਕੋਈ ਹੈ हमसे शरारत पूछी नहीं है। ਸ਼ਰਾਰਤ ਤੁਸੀਂ ਵੀ ਦੱਸੋ ਮੈਂ ਮਨੀਸ਼ ਜੀ ਤੇ ਆ ਰਹੀ ਸੀ ਮੈਂ ਤੁਹਾਡੇ ਤੋਂ ਬਾਅਦ ਜਾਣਾ ਹਾਂ ਸ਼ਰਾਰਤ ਦੱਸਣਾ ਬਗੈਰ ਕਿਸੇ ਨਾਲ ਵਾਲੀ ਨੂੰ ਤੰਗ ਕੀਤੇ ਤੁਸੀਂ ਦੱਸੋ ਹਾਂ ਮੇਰੀ ਸ਼ਰਾਰਤ ਕਿਉਂਕਿ ਮੈਨੂੰ ਕਾਫੀ ਸਾਰੇ ਸੀ ਲੇਕਿਨ ਇੱਕ ਮੈਂ ਤੁਹਾਨੂੰ ਸੁਣਾਉਣਾ ਚਾਹਨਾ ਅਸੀਂ ਮੈਂ ਇੱਕ ਅਕੈਡਮੀ ਪੜ੍ਹਦਾ ਸੀ ਤੇ ਅਸੀਂ ਮੈਟ੍ਰਿਕ ਤੋਂ ਬਾਅਦ ਐਫਐਸਸੀ ਕਰ ਰਹੇ ਸੀ ਤੇ ਉਸ ਤੋਂ ਪਹਿਲੇ ਟੈਸਟ ਹੁੰਦੇ ਸੀ ਐਂਟੀ ਟੈਸਟ ਅਕੈਡਮੀ ਪੜ੍ਹਨ ਜਾਂਦੇ ਸੀ ਉੱਥੇ ਅਸੀਂ ਮੈਂ ਸਾਰੀ ਉਮਰ ਮੁੰਡਿਆਂ ਦੇ ਸਕੂਲ 'ਚ ਪੜ੍ਹਿਆ ਇਸਲਾਮੀਆ ਹਾਈ ਸਕੂਲ ਸ਼ੇਰਾਂ ਵਾਲਾ ਗੇਟ ਫਿਰ ਅੱਗੇ ਕਾਲਜ ਵੀ ਸਾਰਾ ਮੁੰਡਿਆਂ ਦਾ ਸੀ ਤੇ ਇਹ ਸਿਰਫ ਅਕੈਡਮੀ 'ਚ ਲੜਕੀਆਂ ਨਾਲ ਹੁੰਦੀਆਂ ਸੀ ਤੇ ਅਸੀਂ ਸ਼ਹਿਰ ਤੋਂ ਸੀ ਅੰਦਰੂਨ ਸ਼ਹਿਰ ਤੋਂ ਸਾਡੇ ਸੇ ਬੜਾ ਇੱਕ ਅਜੀਬ ਜਿਹਾ ਹੁੰਦਾ ਸੀ ਕਿ ਲੜਕੀਆਂ ਸਾਡੇ ਨਾਲ ਪੜ੍ਹ ਰਹੀਆਂ ਤੇ ਉਹ ਲੜਕੀਆਂ ਦੇ ਵਿੱਚ ਉਹਨਾਂ ਨੂੰ ਆਪਣੇ ਤਰਫ ਅਟਰੈਕਟ ਕਰਨ ਵਾਸਤੇ ਨਾ ਅਸੀਂ ਹੀਰੋ ਬਣਦੇ ਸੀ ਵਾਲ ਵੱਡੇ ਕਰਕੇ ਤੇ ਮੋਟਰਸਾਈਕਲ ਉਹ ਵੀਲਿੰਗ ਕਰਕੇ ਇਸ ਤਰ੍ਹਾਂ
ਤੇ ਬਾਰਿਸ਼ ਹੋਈ। ਸਾਡਾ ਇੱਕ ਟੀਚਰ ਮੈਥਮੈਟਿਕਸ ਦੇ ਸੀ, ਬੜੇ ਹੀ ਸਖਤ ਟੀਚਰ ਸਨ, ਯਾਨੀ ਇੰਨੇ ਸਖਤ ਸਨ ਕਿ ਤੁਸੀਂ ਉਹਨਾਂ ਨੂੰ ਦੇਖ ਕੇ ਨਾ ਰੁਕ ਜਾਂਦੇ ਸੀ ਸਾਰੇ ਕਿ ਯਾਰ ਟੀਚਰ ਬੜਾ ਸਖਤ ਹੈਗਾ ਤੇ ਮਾਰ ਵੀ ਸਕਦਾ। ਤੇ ਬਾਰਿਸ਼ ਹੋ ਰਹੀ, ਉਹ ਇੱਕ ਛੋਟੀ ਜੀ ਪਤਲੀ ਗਲੀ ਸੀ, ਕਲਾਸਿਸ ਹੁੰਦੀਆਂ ਸੀ, ਕੋਠੀਆਂ ਹੈਗੀਆਂ ਸੀ, ਕਿ ਉਹ ਅਕੈਡਮੀ ਹੈਗੀ ਸੀ, ਉਹਦੇ ਇੱਕ ਕੋਠੀ ਤੋਂ ਦੂਸਰੀ ਕੋਠੀ ਜਾਣਾ ਸੀ, ਛੋਟਾ ਜਿਹਾ ਕੋਰੀਡੋਰ ਸੀ। ਤੇ ਅਸੀਂ ਲੰਘ ਰਹੇ ਸਾਗੇ ਸਾਰੇ ਬॉयਜ਼, ਪਿੱਛੇ ਟੀਚਰ ਦੇ ਪਿੱਛੇ ਮੈਂ ਤੇ ਮੇਰੇ ਪਿੱਛੇ ਲੜਕੀਆਂ, ਉਹਨੂੰ ਹੱਸ ਰਹੀਆਂ ਨੇ ਤੇ ਮੈਂ ਮੁੜ ਕੇ ਦੇਖ ਰਿਹਾ, ਚੱਲ ਰਿਹਾ ਅੱਗੇ ਕੇ ਚੱਲਦਾ ਜਾ ਰਿਹਾ। ਉਤੋਂ ਬਟ ਉਤੋਂ ਸੋਹਣਾ ਉਤੋਂ ਯੰਗ ਇਸ ਤੋਂ ਬਾਅਦ ਬਗੈਰ ਦਾੜੀ ਵਾਲਾ ਤੇ ਉਹ ਟੀਚਰ ਨੇ, ਗਰਮੀਆਂ ਸੀ, ਉਹਨਾਂ ਨੇ ਨਾ ਸਲਵਾਰ ਕਮੀਜ਼ ਪਾਇਆ ਸੀ। ਮੈਂ ਮੁਝੇ ਮੁੜ ਕੇ ਦੇਖ ਰਿਹਾ, ਉਹਦੇ ਹੱਸ ਰਹੀਆਂ, ਮੈਂ ਵੀ ਕਰ ਰਿਹਾ। ਮੇਰਾ ਠੋਕਰ ਲੱਗਾ ਤੇ ਮੇਰਾ ਹੱਥ ਪੈ ਗਿਆ ਉਹਦੀ ਕਮੀਜ਼ ਨੂੰ, ਰੰਗ ਕਰਕੇ ਖਿੱਚੀ ਗਈ ਸਾਰੀ। ਟੀਚਰ ਓ ਮਾਈ ਗॉड ਤੁਸੀਂ ਖਲੋਤੇ ਪ੍ਰੋਡਿਊਸਰ ਕਰ ਦਿੱਤਾ। जब वो टीचर मुड़े तो उनकी कमीज जो सी ना, वो कमीज यहाँ तक थी फट के, और वो सिर्फ उसका घेरा ये वो सीन नहीं भूलता। तो मैं नीचे जमीन पे बैठ गया, मुझे उनको देख के हंसी भी आए। मैं सोचता कि ये मुझे मारेगा, पता नहीं क्या करेगा। मैं पीछे मुड़ के देखा तो लड़कियां गिर रही हैं, दीवार से लग रही है, हंस के खड़ा हुआ है। फिर जब उन्होंने मुझे लेके गए, उन्होंने बिठा दिया, जो ऑनर था कमरे च बात था, उन्होंने मेरे वाले साहब ने बुलाया कि वाट साहब ने बुलाओ। मैं अपने वाले साहब को बहुत डरदा सी ना, मैंने बहुत फैंटी पई है, यानी कि समझो कि उत्थे भी फैंटी पैन वाली सी। मैं खड़ा हूं, मेरे वाले साहब आए, उन्होंने देखा ते उत्थे सीन हैगा सी कि मैं खड़ा सी ते टीचर बैठे सी, उन्होंने दी कमीज इत्थों तक फटी सी, उन्होंने उससे सूरत विच दिखाना सी कि इन्हें ये कीता। मेरे वाले साहब अंदर आए, उन्होंने लगा कि मैं इन्हू कुटिया या मैनू मारिया। मैंने कहा उस्ताद नू कुटता ही मगर एक्सीडेंट होया। मैं कहा अचानक होया। मैं फिर उन्होंने दसिया ते मेरे वाले साहब उठ के मैनू कुटन वास्ते दौड़न लगे ते मैं अकेडमी तो बाहर दौड़ गया। मैं कहीं कुटिया नहीं, पड़े आया बस। मेरा सवाल है कि इस तरह कैसे कि आपने पकड़ी और कमीज फट गई? नहीं, वो मैं नीचे को आपने उससे सहारा ले लिया ना, उससे मैं गिरने लगा। काटन नहीं होनी ना, मैंने उसके कॉलर पे हाथ पड़ गया ना मेरे, कि मैं गिरने लगा था, मैंने कॉलर पकड़ा और वो शिट करके नीचे आ गया, और कॉलर नीचे आया, वो आगे बटनों से फट के उनके पेट तक आ गई। ਕਾਟਨ ਹੋਵੇ ਨਾ ਤਾਂ ਬੜੇ ਈਜ਼ੀਲੀ ਜਿਹੜਾ ਹੈ ਨਾ ਉਹ ਫਾਟ ਜਾਂਦਾ। ਤੁਸੀਂ ਕਾਟਨ ਤੇ ਨਹੀਂ ਪਾਈ ਹੋਈ? ਨਹੀਂ, ਅੱਲਾ ਦਾ ਸ਼ੁਕਰ ਹੈ ਤੇ ਮੈਂ ਤੁਹਾਡੇ ਪਿੱਛੇ ਤਾਂ ਨਹੀਂ ਗਿਆ, ਸਾਰਾ ਕੁਝ ਪੱਕਾ ਹੈ। अच्छा मुनीज़ा, तुम्हारी कोई शरारत? हाँ, मैंने अपने इसमें I mean 10 साल के बाद मुझे नहीं याद पड़ता कि मैं कभी कोई शरारत कीती होए, लेकिन आहो बचपन च होंदा सी कि जदों असीं जॉइंट फैमिली च रहिंदे सां ते ढेर सारे कज़न हम एज होते रहे हैं। तो मैं कोशिश करती हूँ कि मेरी बहुत कोशिश होती है कि मैं पंजाबी च गल कर ला, लेकिन कोई थोड़ी बहुती इत्थे उत्थे हो जाए। हो जाता मिक्स। ਇਹ ਹੁੰਦਾ ਸੀ ਕਿ ਮੈਂ ਸਾਰਿਆਂ ਤੋਂ ਵੱਡੀ ਸੀ ਤੇ ਮੇਰੀ ਜਿਹੜੀ ਛੋਟੀ ਕਜ਼ਨਸ ਹੈਗੀਆਂ ਨੇ, ਉਹਨਾਂ ਨੂੰ ਮੈਂ ਕਹਿੰਦੀਆਂ ਆਓ ਮੇਰੇ ਪੋਸ਼ਨ ਵਿੱਚ ਅਸੀਂ ਖੇਡਾਂਗੇ। ਤੇ ਉੱਥੇ ਜਿੰਨਾ ਕੋ ਗੰਦ ਪਿਆ ਹੁੰਦਾ ਸੀ, ਮੈਂ ਪਹਿਲਾਂ ਉਹਨਾਂ ਨੂੰ ਕਹਿੰਦੀ ਸਾਰਾ ਸਾਫ਼ ਕਰੋ, ਸਾਰਾ ਸਾਫ਼ ਕਰੋ, ਫਿਰ ਅਸੀਂ ਖੇਡਾਂਗੇ। ਜਦੋਂ ਉਹ ਸਾਰੀਆਂ ਮਿਲ ਕੇ ਸਫਾਈ ਕਰ ਲੈਂਦੀਆਂ ਤੇ ਮੈਂ ਕਹਿੰਦੀ ਚਲੋ ਹੁਣ ਥੱਲੇ ਚੱਲੀਏ ਤੁਹਾਡੇ ਘਰ ਖੇਡਣ। ਕਿਉਂਕਿ ਬਾਅਦ ਤਰੀਕੇ ਨਾਲ ਕੰਮ ਲੈਂਦੀ ਸੀ, ਉਸ ਤੋਂ ਬਾਅਦ ਇਸ ਤਰੀਕੇ ਨਾਲ ਕੰਮ ਲੈਂਦੀ ਸੀ ਲੋਕਾਂ ਕੋਲੋਂ। ਅੰਦਾਜ਼ਾ ਲਾ ਲਓ, चलो साफ करो। ਲੋਕ ਕੌਣ ਕਹਿੰਦਾ ਹੈ ਕੁੜੀਆਂ ਸ਼ਰੀਫ ਨੇ, ਕਿੱਥੇ ਗਿਆ ਕੈਮਰਾ ਮੇਰੇ ਵਾਲਾ? ਇਹ ਵੇਖੋ ਇਹ ਹਾਲ ਹੈ। अच्छा बतूल, कदी लाइफ ਦੇ ਵਿੱਚ ਇਦਾਂ ਦਾ ਚੈਲੰਜ ਫੇਸ ਕੀਤਾ ਕਿ ਉਸ ਚੈਲੰਜ ਨੂੰ ਦੇਖ ਕੇ ਲੱਗਿਆ ਹੋਵੇ ਕਿ ਨਹੀਂ ਯਾਰ ਸ਼ਾਇਦ ਮੈਂ ਇਹ ਚੀਜ਼ ਨਹੀਂ ਕਰ ਸਕਦੀ, ਲੇਕਿਨ ਤੁਸੀਂ ਇਹਨੂੰ ਡੈਫੀਨਿਟਲੀ ਫੇਸ ਕੀਤਾ? ਫਿਰ अब मैनू लगता है कि एक सहाफ़ी लिए ये बड़ा इंपॉर्टेंट होता है दैट हाउ यू मेंटेन एंड कंडक्ट योरसेल्फ इन द मार्केट। ते मेरे वास्ते जेड़ियां भी सिचुएशंस कोई एज अ जर्नलिस्ट डिफिकल्ट थी या स्मूथ, तो मुझे लगता है कि मैंने एक चीज़ के लिए बड़ा कोशिश की दैट आई शुड मेंटेन माई क्रेडिबिलिटी। समटाइम्स यू लूज मनी एंड समटाइम्स यू लूज अपॉर्चुनिटी, बट एक शायद जेड़ी मैनू लगता है कि मैं नहीं यूज़ की 10 साल विच इज माई क्रेडिबिलिटी। वेरी नाइस, एप्रिशिएटेबल, वेरी नाइस। नूरान जी, ਜ਼ਿੰਦਗੀ 'ਚ ਕਦੀ ਕੋਈ ਚੈਲੰਜ, ਕੋਈ ਮੁਸ਼ਕਿਲ ਚੀਜ਼ ਫੇਸ ਕੀਤੀ ਤੁਸੀਂ? ਫਸਟ ਟਾਈਮ ਮੈਂ ਜਦੋਂ ਗਈ ਸਾਂ ਦਿੱਲੀ ਦਾ ਪ੍ਰੋਗਰਾਮ ਕਰਨ, ਉਦੋਂ ਮੇਰੇ ਲਈ ਮੁਸ਼ਕਿਲ ਆਈ ਸੀ ਕਿਉਂਕਿ ਉਦੋਂ ਕਾਫੀ ਸਿੰਗਰ ਸੀ। ਮੇਰਾ ਇੱਕ ਐਲਬਮ ਰਾਤਾਂ ਆ ਗਈਆਂ ਚਾਨਣੀਆਂ ਨया ਹਿੱਟ ਹੋਇਆ ਸੀ। ਉਦੋਂ ਅਸੀਂ ਸਾਰੇ ਬਾਈ ਰੋਡ ਗਏ ਸੀ ਤੇ ਬਹੁਤ ਵੱਡਾ ਇਵੈਂਟ ਸੀ। ਉਧਰੋਂ ਸਾਰੇ ਸਰਦਾਰ ਲੋਕ ਸੀ, ਬੱਬੂ ਮਾਨ ਔਰ ਹੰਸਰਾਜ ਔਰ ਸਾਰੇ, और इधरों साडी अफशान जी, अकरम राय साहब, मुसीबो जी, यानी जिन्ने भी फेमस। उत्थे मैनूं मुश्किल पई सी
मैं घबरा रही सां कि एडा वड्डा स्टेज है, ज़ाहिर है मिसिंग सारा मिक्स सी ओ क्राउड और बहुत बड़ा क्राउड भी बहुत बड़ा। ਮੈਨੂੰ ਪਤਾ ਨਹੀਂ ਤੇ ਕੋਈ ਪੁੱਛਿਆ ਮੈਂ ਗਿਆ ਉਸ ਵੇਲੇ ਯਕੀਨ ਕਰੋ ਸਹੀ ਗੱਲ ਹੈ, ਸੀਰੀਅਸ ਗੱਲ ਹੈ, ਹਾਂ ਕਦੀ ਤੇ ਸੀਰੀਅਸ ਹੋ ਜਾਏਗਾ सीरियस ही कह रहे हैं, बंदा दिल से यही पहले सोचता है ना साहब देख कि के पता फिर नहीं मैंने ऐसे- स्टेज पे और पूछेगा शाह साहब ने ਨਹੀਂ ਬਟ ਸਾਹਿਬ ਵੀ ਲੱਗਦੇ ਨੇ, शाह साहब ने बट मैं ਬਟ ਤੁਸੀਂ ਹਾਂਜੀ ਓਏ ਮਾਸ਼ਾਅੱਲਾ ਉਹਨਾਂ ਦੀ ਨਾ ਸ਼ਕਲ ਕਰੋ, ਸੂਰਤ ਤੇਰੇ ਸਾਡੀ ਭਰਾ ਦੀ ਕਿੰਨੀ ਸੋਹਣੀ ਬੜੀ ਲੱਗਦੀ ਲੰਬੀ ਜੰਪ ਲਵਾਤੀ ਹੈ ਸਾਡੀ। ਉਹ ਵੀ ਬੱਟੀ ਲੱਗਦਾ ਟੈਨਸ਼ਨ ਨਾ ਲਓ ਤੁਸੀਂ। चलो कोई गल नहीं। ਖੈਰ ਉਦੋਂ ਮੈਨੂੰ ਮੁਸ਼ਕਿਲਾਤ ਦਾ ਸਾਹਮਣਾ ਮਾਫ਼ੀ। ਕਰਨਾ ਪਿਆ, ਲੇਕਿਨ ਮੇਰੀ ਐਂਟਰੀ ਏਡੀ ਅੱਛੀ ਹੋਈ ਸੀ, ਐਡੀ ਅੱਛੀ ਹੋਈ ਸੀ, ਉਹਨਾਂ ਨੇ ਦੁਬਾਰਾ ਮੇਰੇ ਕੋਲ ਐਂਟਰੀ ਕਰਵਾਈ ਸੀ, ਉੱਥੇ ਮੈਨੂੰ ਮੁਸ਼ਕਿਲ ਪਈ ਔਰ ਮੈਂ ਦੁਆ ਕਰਕੇ ਔਰ ਰੱਬ ਨੇ ਬੜੀ ਇੱਜ਼ਤ ਮਾਸ਼ਾਅੱਲਾ ਜੀ ਉਦੋਂ ਆਖਰੀ ਸਿੰਗਰ ਨੱਠ ਕੇ ਆਉਣਾ ਸੀ, ਤੁਹਾਡੀ ਐਂਟਰੀ ਦੁਬਾਰਾ ਹੋਈ। ਉਹ ਸਾਫ ਲੱਗੇ ਅੱਲਾ ਦੀ ਕਸਮ, ਹੁਣ ਸੇ ਸਾਫ ਐਵੇਂ बढ़दा बंदा वापस ਹੁਣ नहीं है, ਸਾਫ ਲੱਗੇ। ਐਵੇਂ बढ़दा बंदा वापस नहीं है। शेरो शायरी ਦੇ ਨਾਲ ਰੰਗਤ ਹੈ, ਕੋਈ ਮੁਹੱਬਤ ਹੈ, ਕੋਈ ਸ਼ੌਕ ਹੈ? ਬਿਲਕੁਲ ਵੀ ਸ਼ੇਰੋ ਨਹੀਂ। ਤੇ ਸ਼ਾਇਰੀ ਲਤੀਫਿਆਂ ਨਾਲ, ਫਨੂਨੇ ਲਤੀਫਾ ਨਾਲ ਉਹਨੇ ਲਤੀਫਾ ਨਾਲ ਕੋਈ ਇਹੋ ਜਿਹਾ ਲਤੀਫਾ ਸੁਣਾਣਾ ਜਿਹੜਾ ਇੱਥੇ ਚੱਲ ਜਾਵੇ। ਨਹੀਂ ਅੱਛੇ ਲਤੀਫਾ। ਹਾਂ ਸਹੀ। ਸ਼ੇਰੋ ਸ਼ਾਇਰੀ ਦਾ ਵੀ ਹੈ, ਪੰਜਾਬੀ ਸ਼ੇਰੋ ਸ਼ਾਇਰੀ ਅੱਛੀ ਲੱਗਦੀ ਹੈ, ਲੇਕਿਨ ਇਸ ਟਾਈਮ ਉਹ ਕਰਾਂਗੇ ਤੇ ਫਿਰ ਉਹ ਹੋਰ ਇੱਥੇ ਪਾਸੇ ਸਾਰੇ ਬੇਜ਼ੌਕ ਲੋਕ ਬੈਠੇ ਨਹੀਂ, ਕੋਈ ਮੈਨੂੰ ਕੱਢ ਸ਼ੇਰ ਕੇ ਜਾਂ ਕੋਈ ਲਤੀਫਾ ਸੁਣਾਓ। ਲਤੀਫਾ ਸੁਣਾਉਣਾ ਚਾਹੁੰਦਾ ਨਾ ਅੱਜ ਕੱਲ ਦੇ ਹਾਲਾਤ ਦੇ ਮੁਤਾਬਿਕ ਹੈਗਾ। ਮੈਂ ਅਕਸਰ ਸੁਣਾਉਣਾ ਹੁਕਮਰਾਨਾਂ ਨੂੰ ਸੁਣਨਾ ਚਾਹੀਦਾ। ਇੱਕ ਦਫਾ ਇੱਕ ਬਾਦਸ਼ਾਹ ਸੀ, ਸ਼ਾਹ ਜੀ ਤੁਹਾਡੀ ਤਵੱਜੋ ਚਾਹਾਂਗਾ। ਅਸੀਂ ਤੇ ਬਾਦਸ਼ਾਹ ਛੱਡੀ। ਬਾਦਸ਼ਾਹ ਸਾਹਿਬ ਬਾਦਸ਼ਾਹ ਸਲਾਮਤ ਸੀ। ਨੂਰਾ ਜੀ ਮਹਿਸੂਸ ਕੀਤਾ ਤੁਹਾਡੀ ਵੀ ਤਵੱਜੋ ਚਾਹਾਂਗਾ। ਚਲੋ ਜੀ। ਤੇ ਬਾਦਸ਼ਾਹ ਸੀ। ਉਹ ਬਾਦਸ਼ਾਹ ਸਲਾਮਤ ਸੀ, ਉਹਨੇ ਐਲਾਨ ਕਰਾਇਆ, ਉਹਨੂੰ ਕਿਸੇ ਨੇ ਕਿਹਾ ਬਈ ਕਬਰ ਬੜੀ ਡਾਢੀ ਹੁੰਦੀ ਹੈ, ਕਬਰ ਦਾ ਹਿਸਾਬ ਬੜਾ ਡਾਢਾ ਹੁੰਦਾ ਹੈ, ਤੇ ਬਾਦਸ਼ਾਹ ਸਲਾਮਤ ਕਬਰ ਦਾ ਆਪਣੀ ਤਿਆਰੀ ਕਰ ਲਓ। ਬਾਦਸ਼ਾਹ ਸਲਾਮਤ ਬੜੇ ਪਰੇਸ਼ਾਨ ਹੋ ਗਿਆ, ਉਹਨੇ ਕਿਹਾ ਯਾਰ ਮੈਂ ਤਿਆਰੀ ਕਿਸ ਤਰ੍ਹਾਂ ਕਰਾਂ, ਮੈਨੂੰ ਪਤਾ ਹੀ ਨਹੀਂ ਕਿ ਉੱਥੇ ਹੋਣਾ ਕੀ ਹੈ, ਕੀ ਹਿਸਾਬ ਕਿਤਾਬ ਹੈ, ਕਿਸ ਤਰ੍ਹਾਂ ਪੁੱਛਿਆ ਜਾਏਗਾ। ਉਹਨੇ ਕਿਹਾ ਕੀ ਕਰਾਂ, ਉਹਨੇ ਇੱਕ ਬੰਦੇ ਨੂੰ ਐਲਾਨ ਕਰਾਤਾ ਕਿ ਮੇਰੀ ਜਗ੍ਹਾ ਤੇ ਮੇਰੀ ਕਬਰ 'ਚ ਜੋ ਪਵੇਗਾ ਮੈਨੇ ਨੇ ਪੈਸੇ ਮੈਂ ਉਹਨੂੰ ਆਪਣੀ ਸਲਤਨਤ, ਅੱਧੀ ਸਲਤਨਤ ਦੇ ਦਿਆਂਗਾ, ਸਾਰਾ ਕੁਝ ਉਹਨੂੰ ਦੇ ਦਿਆਂਗਾ। ਉਹਨੇ ਕਿਹਾ ਅੱਛਾ। ਐਲਾਨ ਫੈਲ ਗਿਆ। ਇੱਕ ਜਗ੍ਹਾ ਕਿ ਹੈਗਾ ਸੀ, ਗਡਰੀਆ ਹੈਗਾ ਸੀ, ਉਹਦੇ ਕੋਲ ਬੱਕਰੀਆਂ ਬੁਕਰੀਆਂ ਮਰ ਗਈਆਂ ਸੀ ਤੇ ਉਹਦੇ ਕੋਲ ਇੱਕ ਖੋਤਾ ਰਹਿ ਗਿਆ ਸੀ, ਬਸ ਉਹ ਖੋਤੇ ਦੇ ਨਾਲ ਹੀ ਫਿਰਦਾ ਰਹਿੰਦਾ ਸੀ। ਉਹਨੇ ਕਿਹਾ ਕਿ ਯਾਰ ਤਾਜ਼ੀ ਹੈ ਤੇ ਸਮਝ ਗਏ ਨਾ, ਅੱਜ ਕੱਲ ਦੇ ਹਾਲਾਤ ਦੇ ਮੁਤਾਬਕ। ਉਹਨੇ ਕਿਹਾ ਇਟਸ ਅ ਪੋਲੀਟੀਕਲ ਜੋਕ, ਤੇ ਉਹਨੇ ਕਿਹਾ ਕਿ ਯਾਰ ਮੈਂ ਨਾ ਮੇਰੇ ਕੋਲ ਤੇ ਕੁਝ ਨਹੀਂ ਹੈਗਾ ਤੇ ਮੈਂ ਪੈ ਜਾਣਾ, ਕੋਈ ਗੱਲ ਨਹੀਂ, ਕੁਛ ਤੇ ਆ ਕੁਛ ਜਾਏਗਾ। ਤੇ ਮਤਲਬ ਲੱਭ ਜਾਏਗਾ, ਰਿਆਸਤ ਲੱਭ ਜਾਏਗੀ, ਮੇਰੇ ਕੋਲ ਕੀ ਗਾ, ਮੇਰਾ ਕਿਹੜਾ ਹਿਸਾਬ ਹੋਣਾ, ਮੇਰੇ ਕੋਲ ਖੋਤਾ ਹੀ ਦੇਗਾ ਸੀ। ਪੈ ਗਿਆ ਲੰਮੇ, ਹਿਸਾਬ ਸ਼ੁਰੂ ਹੋ ਗਿਆ, ਉਹਨਾਂ ਲੰਮੇ ਪਿਆ, ਲੋਕੀ ਦੱਬ ਕੇ ਚਲੇ ਗਏ, ਹੁਣ ਹਿਸਾਬ ਸ਼ੁਰੂ ਹੋ ਗਿਆ। ਹਿਸਾਬ ਸ਼ੁਰੂ ਹੋਇਆ ਤੇ ਪਤਾ ਚੱਲਿਆ, ਉਹਨਾਂ ਨੇ ਜਿਹੜਾ ਹਿਸਾਬ ਸ਼ੁਰੂ ਹੋਣ ਲੱਗਾ ਤੇ ਉਹਨੇ ਕਿਹਾ ਯਾਰ ਇਹਦੇ ਕੋਲ ਤੇ ਕੁਛ ਨਹੀਂ ਹੈਗਾ, ਇਹਨੂੰ ਜਾਣ ਦਿੰਦੇ ਆ। ਉਹਨੇ ਕਿਹਾ ਨਹੀਂ ਬਈ, ਇੱਕ ਖੋਤਾ ਇਹਦੇ ਕੋਲ ਹੈਗਾ ਸੀ ਤੇ ਫਲਾਂ ਜਗ੍ਹਾ ਤੇ ਰੋਟੀ ਹੀ ਸੀ ਇਹਦੇ ਕੋਲ, ਤੇ ਇਹਨੇ ਖੋਤੇ ਨੂੰ ਨਹੀਂ ਖਵਾਈ, ਆਪ ਜ਼ਿਆਦਾ ਖਾ ਗਿਆ ਤੇ ਖੋਤੇ ਦੇ ਮਾਲ ਲੱਦ ਕੇ ਲੈ ਗਿਆ। ਅੱਛਾ, ਉਹ ਲਾਓ ਲਿੱਤਰ ਵਜਣੇ ਸ਼ੁਰੂ ਹੋ ਗਏ। ਫਿਰ ਦੂਸਰਾ ਕੇ ਜਾਣ ਲੱਗੇ, ਉਹਨੇ ਕਿਹਾ ਨਹੀਂ ਇੱਕ ਹੋਰ ਵਜ੍ਹਾ ਹੈਗੀ ਹੈ, ਇਹਨੇ ਇੱਕ ਦਫਾ ਖੋਤੇ ਨੂੰ ਬੇਵਜ੍ਹਾ ਆਪਣੇ ਗੁੱਸੇ ਦੀ ਵਜ੍ਹਾ ਤੋਂ ਖੋਤੇ ਨੂੰ ਕੁੱਟਿਆ ਤੇ ਬੇਵਜ੍ਹਾ ਕੁੱਟਿਆ ਤੇ ਖੋਤਾ ਵਿਚਾਰਾ, ਉਹਨੇ ਕਿਹਾ ਫਿਰ ਚਿੱਤਰ ਲਾਓ। ਚਿੱਤਰ ਪੈਂਦੇ ਸ਼ੁਰੂ ਹੋ ਗਏ, ਯਾਨੀ ਕਿ ਚਿੱਤਰ ਪੈਂਦੇ ਰਹੇ, ਸੁਬਾਹ ਹੋ ਗਈ। ਉਹ ਗਾਂਵ ਵਾਲੇ ਆਏ, ਉਹਨਾਂ ਨੇ ਕਿਹਾ ਖੋਲੋ ਜੀ ਕਬਰ ਖੋਲੋ। ਕਬਰ ਖੋਲੀ ਤੇ ਉਹਨੇ ਉੱਠ ਕੇ ਦੌੜ ਲਾਤੀ। ਉਹਨੇ ਕਿਹਾ ਉਹ ਭਾਈ ਸਲਤਨਤ ਤੇ ਲੈ ਜਾ। ਉਹਨੇ ਕਿਹਾ ਇੱਕ ਖੋਤੇ ਤੋਂ ਸਾਰੀ ਰਾਤ ਮੈਨੂੰ ਲਿੱਤਰ ਪਏ ਨੇ, ਪੂਰੀ ਸਲਤਨਤ ਤੋਂ ਮੈਨੂੰ ਜੋ ਕੁਝ ਮੇਰਾ ਹਾਲ ਹੋ ਰਿਹਾ ਨਾ ਆਪਣੇ ਕੋਲ ਹੀ ਰੱਖੋ। ਤੇ ਜਿੰਨਾ ਥੋੜਾ ਹੈ ਨਾ, ਜਿੰਨੇ ਕੋਈ ਸਮਝ ਆ ਜਾਏ, ਜਿੰਨਾ ਥੋੜਾ ਹੈ ਸਮਝੋ ਤੁਹਾਡੇ ਤੇ ਰਹਿਮਤ, ਜਿੰਨਾ ਬਹੁਤਾ ਮਿਲ ਗਿਆ ਤੇ ਉਹ ਫਿਰ ਉਹਦਾ ਹਿਸਾਬ ਨਹੀਂ ਦਿੱਤਾ ਜਾਂਦਾ। ਇਸ ਤਰ੍ਹਾਂ ਹੀ ਉਹ ਫਿਰ ਇਸ ਤਰ੍ਹਾਂ ਹੋਣਾ ਕਿ ਬਸ ਲੋਕੀ ਸਮਝਦੇ ਨੇ ਕਿ ਅੱਲਾਹ ਸਾਨੂੰ ਬਹੁਤਾ ਅਤਾ ਕਰ ਰਿਹਾ ਹੈ ਤੇ ਅੱਲਾਹ ਦੀ ਬੜੀ ਰਹਿਮਤ ਹੈ। ਹਾਲਾਂਕਿ ਮੈਂ ਆਪ ਕੁਰਾਨ 'ਚ ਪੜਿਆ ਹੈ ਕਿ ਮੈਂ ਆਜ਼ਮਾਇਸ਼ ਹੈ, ਮੇਰੀ ਜਿਹੜੀ ਆਜ਼ਮਾਇਸ਼ ਹੈ ਬਹੁਤਾ, ਤੇ ਮੈਂ ਕਹਿੰਦਾ ਕਿ ਮੈਂ ਕਾਫਰ ਨੂੰ ਵੀ ਅਤਾ ਕਰਨਾ ਤੇ ਮੁਸਲਿਮ ਨੂੰ ਵੀ ਦੇਣਾ ਵਾ, ਪਰ ਜਿਹਦੀ ਮੈਂ ਬਿਹਤਰੀ ਚਾਹਨਾ ਉਹਨੂੰ ਮੈਂ ਦੀਨ ਦੀ ਸਮਝ ਦਿੰਦਾ। बेशक, दिस इज ऑल अबाउट कि हिसाब बड़ा सख्त होना। अल्लाह जब इख्तियार देता है, इक़्तिदार देता है, तो उसका हिसाब बड़ा सख्त लेता है। दिस इज द पॉइंट ऑफ द जोक। अच्छा मोनीज़ा जी, शायरी नाल जुड़ा ना रगबत है या फनून लतीफा या मौसीकी? सब कुछ अच्छा लगता है, मिजाज पे डिपेंड करता है, मूड पे डिपेंड कर रहा होता कोई है। फेवरेट शेर? शायर तो मुझे बहुत सारे पसंद हैं।
मगर मुझे उन्हें खाली पढ़ना पसंद है, सुनाना ज्यादा मुझे मजा नहीं मुश्किल आता। है। सुनाना खरी खरी सुना लेती है हाँ वो हम सुना लेते तो हैं। सुना दे फिर आज ये तैयार है मैं कहनी है कुर्सी तुसी दीवार नाल ला लियो, ए ना होए कि बट साहब तानू प्रोफेसर समझ बैठे। अच्छा बड़ी तुसी पिक्की जुगत लाई है वाह चलो मैं तो अच्छा। समझे सी कि लतीफा सुना के नहीं नहीं मुझे लतीफे नहीं आते। ला के Song सुनती है वैसे? हाँ बहुत सारे। केड़ा पसंद है? आबदा परवीन के काफी मुझे पसंद है और नूरा लाल भी अब हमें पसंद है। हाँ हाँ नूरा लाल के मैंने आज काफी सारे गाने पत्थरों सुने। आज मेरे सर पे बरसते क्यों मैंने तुमको भी कभी अपना खुदा रखा हम्म। वाह 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 कल्ले नहीं किया फिर अच्छा। उस्ताद ही मर्दां दी इज्जत रख ली ना। थोड़े शौक मौसीकी, शायरी या फनून लतीफ़ा? यार बेसिक से 2-3 शौक हैं, किताबें जमा करने का, उनको पढ़ने का, म्यूजिक सुनने का, और पोइट्री का इस हद तक है कि मुझे लगता है कि पोइट्री बहुत खूबसूरत वे है कन्वे करने का चीज। मतलब अपनी फीलिंग्स को एक्सप्रेस कर रिसेंट टाइम्स में वजी सानी जो जियो में हाँ 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 वो इतनी आसानी से लिख देते हैं, चाहे वो दुखी पोइट्री हो या रोमांटिक पोइट्री। वजी मतलब मैंने एक दफा वो वजी अच्छा को लिख मैसेज देते किया, मैंने कहा वजी मेरे हस्बैंड से मेरा एक आर्गुमेंट था और मैंने आपका शेर पढ़ा, मेरी लड़ाई सॉर्ट हो, कैन यू बिलीव? तो मैंने दिस इज हाउ द प्योर पोइट्री वर्क्स। लेकिन एक शेर है जो मैंने रिसेंटली पढ़ा और मेरे जहन में रह गया, लेकिन उसका ताल्लुक मुआशरे से है। वो ये है कि कुर्सी है तुम्हारी जनाजा तो नहीं है, कुछ कर नहीं सकते तो उधर क्यों नहीं जाते? क्या बात। Amazing है। रसूल ये मोहम्मद हमारे रूलर के लिए तो नहीं था। ये जिसके लिए भी था उसको खुद ही समझ हाँ, जाना नहीं, चाहिए। नहीं। मेरे ज़हन से शेर आया सी, असूल मोहब्बत में तो तुम खुद बेवफा हो मोहसिन। मैं कदों की थी बाबा असूल मोहब्बत में तो तुम खुद बेवफा हो मोहसिन, हाँ, वो जो बिछड़ा तो तुम मर क्यों नहीं है? वाह 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 बहुत मरना तो ऊपर वाले के हुक्म से वसी, मरना तो ऊपर वाले के हुक्म से वसी। वरना कल क्यों फिर चले नहीं गए तो बहुत ही टिक्का शेर का आपने जनाजा निकाला है। कंप्लीट याद करें आ जाए प्लीज, तो पूरा कंप्लीट कर करें। लेना। एड से फिर यही जुड़ रहे हैं जी खुशी आपने उनको बुला दिया। आप मैंने ऐसे बुला करें, दिया वेरी गुड आप वो जेस्चर है प्लीज। आप पूरा सुनाए दोबारा से। नहीं वो हो गया आखिरी सुना अच्छा मरना तो ऊपर वाले के हुक्म से वसी, मोहब्बत में एक नाम इंतजार भी है। वाह इंतजार तो उनका किया जाता है जिन्हें वापस आना हो फराज, इंतजार तो उनका किया जाता है जिन्हें वापस आना हो फराज, जो खुद गर्ज हो उनके लिए मरा नहीं करते। वाह 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 ओ, बहुत हो, खूब हो। बहुत खूब बहुत खूब, कमाल वाह। कर दिया। मर क्यों नहीं जाते? जिंदगी तो खुदा की देन है, इन हसीनों से सलामी दूर से अच्छी, जिंदगी तो खुदा ना की। इनकी दोस्ती अच्छी ना इनकी दुश्मनी अच्छी। आखिरी शेर, आखिरी शेर। आखिरी शेर आखिरी शेर। आज की शाम का आखिरी शेर सुने आखिरी शुमाइला शेर। से। जिंदगी तो खुदा की देन है फिर भी शेराजी, जिंदगी तो खुदा की देन है फिर भी शेराजी, जिनसे मोहब्बत हो उनके बगैर जिया नहीं है। वाह बहुत खूब बहुत खूब। नाइस। ਇਹਦੇ ਨਾਲ ਹੀ ਬਤੂਲ ਜੀ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗੀ, ਜਿਸ ਤਰ੍ਹਾਂ ਈਦ ਦੇ ਮੌਕੇ ਤੇ ਹਰ ਚੀਜ਼ ਨੂੰ ਖਤਮ ਕਰਕੇ, ਪਰੇਸ਼ਾਨੀਆਂ, ਟੈਨਸ਼ਨਾਂ, ਨਾਰਾਜ਼ਗੀਆਂ ਖਤਮ ਕਰਕੇ ਲੋਕਾਂ ਦੇ ਨਾਲ ਇੱਕ ਅਮਨ ਦਾ ਪੈਗਾਮ ਦਿੱਤਾ ਜਾਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਸਾਡੇ ਮੁਲਕ ਦੇ ਵਿੱਚ ਅਦਲੀਆ, ਐਸਟੈਬਲਿਸ਼ਮੈਂਟ ਤੇ ਹਕੂਮਤ ਨੂੰ ਇੱਕ ਪੇਜ ਤੇ ਆਉਣਾ ਚਾਹੀਦਾ, ਉਹਨਾਂ ਨੂੰ ਇਕੱਠਾ ਹੋਣਾ ਚਾਹੀਦਾ ਹੈ, ईद मुबारक मिलनी चाहिए? बिल्कुल होना चाहिए। और मेरा ख्याल है मिलते भी हैं। ऑफिशियली ये तो भी होता भी देते हैं, होगा, हाँ, मिलते हैं। ऑफिशियली तो होता भी है, लेकिन मजा तो तब आए ना जब अनऑफिशियली भी यही हो। हाँ। लेकिन आप बहुत आइडियलिस्टिक बात करिए, दुनिया में कहीं भी हो। दुनिया में कहीं नहीं होता। और अगर हम एस्टैब्लिशमेंट को क्रिटिसाइज करें तो पूरी दुनिया की एस्टैब्लिशमेंट्स एक सर्टेन वे में काम करती हैं, लेकिन मीडिया भी एक सर्टेन वे में काम करता है। तो मुझे लगता है ये सारी कंट्रोवर्सी को, फंक्शनलिज्म की थ्योरी बहुत सिंप्लीफाई कर देती है, मैं उसको बहुत कोट करती हूँ क्योंकि इससे बेहतर कोई दलील है नहीं। है नहीं, वो ये कि हर इदारा अपना काम करे, अपना काम करे, ओवरलैप नहीं करें एक दूसरे को, और ईद मुबारक कहें, कहते रहे तो कहते रहें, सॉर्ट बिल्कुल। करें। प्रॉब्लम इज दिस कि अगर हर इदारा अपना काम करे and there is no leadership to all of them, then लेकिन nobody is कानून- going in कानून any आपको- direction. पब्लिक कानून आपको बताता है लीडरशिप के साथ। मगर कानून भी तो कोई बनाता है ना। वो बना हुआ है ना, आइन इज अच्छा, देयर, चले, कॉन्स्टिट्यूशन इज देयर। मोदी जी मैं ਤੁਹਾਨੂੰ ਪੁੱਛਣਾ ਚਾਹਾਂਗੀ ਕਿ ਮੀਡੀਆ ਦਾ ਜਿਹੜਾ ਕਿਰਦਾਰ ਹੈ ਪਾਕਿਸਤਾਨ ਦੇ ਵਿੱਚ ਔਰ ਇੰਟਰਨੈਸ਼ਨਲ ਮੀਡੀਆ ਜਿਹੜਾ ਹੈ, ਅਗਰ ਇੰਟਰਨੈਸ਼ਨਲ ਮੀਡੀਆ ਔਰ ਪਾਕਿਸਤਾਨ ਦੇ ਮੀਡੀਆ ਨੂੰ ਦੇਖਿਆ ਜਾਵੇ ਤਾਂ ਤੁਹਾਨੂੰ ਕੀ ਫਰਕ ਲੱਗਦਾ ਹੈ ਵੈਸੇ
मीडिया एज ए फिफ्थ पिलर कंसिडर किया जाता है और हमें अपना किरदार उस तरह से अदा नहीं करने दिया जा रहा। अनफॉर्चुनेटली मैं एक प्राइम टाइम शो देख रही थी जिसमें एक इंतहाई सीनियर जर्नलिस्ट जिन्होंने हुकूमती अहदों पर भी सर्व किया है, ਮੈਨੂੰ ਬੜਾ ਅਫਸੋਸ ਹੋਇਆ ਉਹਨਾਂ ਨੂੰ ਸੁਣ ਕੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਹੁਣ ਸਾਡੇ ਤੇ ਰਿਸਟ੍ਰਿਕਸ਼ਨ ਹੈਗੀਆਂ ਨੇ ਤੇ ਅਸੀਂ ਹੁਣ ਗੱਲ ਕਰ ਨਹੀਂ ਸਕਦੇ। ਤੇ ਉਹਨਾਂ ਨੂੰ ਕਿਸੇ ਨੇ ਇਹ ਵੀ ਕਿਹਾ ਕਿ ਤੁਸੀਂ ਡਿਜੀਟਲ ਮੀਡੀਆ ਤੇ ਕਿਉਂ ਨਹੀਂ ਆ ਜਾਂਦੇ? ਉਹ ਕਹਿੰਦੇ ਸਾਨੂੰ ਇੱਥੋਂ ਛੱਡ ਕੇ ਉੱਥੋਂ ਫੜ ਲੈਣਗੇ। ਤੇ ਹੁਣ ਜਿਹੜੇ ਐਕਟ ਵਿੱਚ ਤਰਮੀਮਾਂ ਆ ਰਹੀਆਂ ਨੇ ਉਹਦੇ ਨਾਲ ਬੜੀ ਸਖਤੀ ਹੋ ਗਈ ਹੈ ਪਾਕਿਸਤਾਨ ਦੇ ਮੀਡੀਆ ਵਿੱਚ ਕਿ ਤੁਸੀਂ ਇਹ ਨਹੀਂ ਕਰ ਸਕਦੇ ਤੇ ਉਹ ਨਹੀਂ ਕਰ ਸਕਦੇ। ਸਾਨੂੰ ਇਹ ਸਮਝ ਨਹੀਂ ਆਉਂਦਾ ਕਿ ਅਸੀਂ ਆਪਣੀ ਡਿਊਟੀ ਕਿਵੇਂ ਕਰਾਂਗੇ ਕਿ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਤੇ ਕੰਸਟ੍ਰੇਂਟਸ ਹੈਗੇ ਨੇ। ਤੁਸੀਂ ਵੇਖੋ ਜਦੋਂ ਉਹ ਤੂਫਾਨ ਆਇਆ ਸੀ UAE ਵਿੱਚ, ਜਦੋਂ ਬਹੁਤ ਬਾਰਿਸ਼ਾਂ ਹੋਈਆਂ ਸਨ, ਉੱਥੇ ਦੇ ਸਿਟੀਜ਼ਨਸ ਨੂੰ ਇਜਾਜ਼ਤ ਨਹੀਂ ਹੈਗੀ ਸੀ ਕਿ ਉਹ ਕਿਸੇ ਵੀ ਕਿਸਮ ਦੀ ਵੀਡੀਓ ਬਣਾ ਕੇ ਅਪਲੋਡ ਕਰਨ। ਜੇ ਕਰਦੇ ਤਾਂ ਉਹਨਾਂ ਦਾ ਕਿੱਸਾ ਤਮਾਮ ਮਤਲਬ ਜਿੱਥੋਂ ਆਏ ਹੋ ਉੱਥੇ ਹੀ ਵਾਪਸ ਚਲੇ ਜਾਓ, ਤੁਸੀਂ UAE ਚ ਰਹਿਣਾ ਡਿਜ਼ਰਵ ਨਹੀਂ ਕਰਦੇ। ਸੇਮ ਇਜ਼ ਦ ਕੇਸ ਵਿਦ यूनाइटेड स्टेट्स और दीगर तरक्की याफ्ता ममालिक। बट इफ यू लुक इनटू पाकिस्तान तो हम कहते ने कि सानू कोई कुछ ना पूछे ते जेड़ा जो मर्जी करना चाहता है वो कर ले। लेकिन इस गल नाल तबाही बहुत ज्यादा हो गई है। जेड़ा जर्नलिस्ट नहीं भी हैगा, जिहदे कोल डिग्री नहीं भी हैगी, जिन्होंने कुछ पता भी नहीं हैगा, वो भी कहता है मैनू सुनो मैं दसदा कि सोसाइटी च की चल रहा है। ਇਹ ਤਾਂ सोसाइटी ਦਾ बेड़ा गर्क हो गया। ਯਾਨੀ ਮੈਨੂੰ ਸਾਰਾ ਪਤਾ ਹੈ ਆਹੋ। ਵੈਸੇ ਠੀਕ ਹੋ ਗਿਆ। ਤੁਸੀਂ ਕੋਈ ਰੋਸ਼ਨੀ ਪਾਉਣਾ ਚਾਹੋਗੇ? ਹਰ ਬੰਦਾ ਹੀ ਪ੍ਰਧਾਨ ਹੈ ਇੱਥੇ, ਹਰ ਬੰਦੇ ਨੂੰ ਹੈਗਾ ਕਿ ਉਹ ਇੱਕ ਆਰਟੀਕਲ ਵੀ ਸੀ ਨਾ ਕਿ ਇੱਥੇ ਹਰ ਬੰਦਾ ਹੀ ਬਾਦਸ਼ਾਹ ਹੈ, ਬਾਦਸ਼ਾਹ। ਸਭ ਤੋਂ ਜ਼ਿਆਦਾ ਸੁਣਦੇ हैं कि फनकार लोग ज्यादा शौक में बहुत खाना खाते हैं। वैसे फनकार लोग ਛੋਟਾ अल्लाह दा ਗੋਸ਼ਤ शुक्र है तदी छोटा आवाज गोश्त, करेले गोश्त। ਇਹ ਜਿਹੜੀ ਆਵਾਜ਼ਾਂ ਤਦੀ ਨਿਕਲਦੀਆਂ ਨਾ, ਤੁਸੀਂ ਆਮ ਰੂਟੀਨ ਨਾਲ ਦੇਖੋ ਨਾ, ਤੁਸੀਂ ਨਹੀਂ ਸਾਨੂੰ ਗਾ ਤੇ ਪਾਣੀ ਵਾਲੀ ਡ੍ਰਿਪ ਲੱਗੀ ਹੋਈ ਹੈ, ਖਾਣਾ ਅਸੀਂ ਵੀ ਖਾਂਦੇ ਹਾਂ। ਤੁਸੀਂ ਡਾਈਟ ਕਰ ਕਰਕੇ ਨਾ ਆਪਣਾ ਜਿਹੜਾ ਹਾਲ ਆਵਾਜ਼ ਹੈ ਆਪਣਾ ਹਾਲ ਖਰਾਬ ਕਰ ਲਿਆ ਹੈ ਗਾਣਾ ਤੁਸੀਂ ਖਾ ਬੜਾ ਤੁਸੀਂ ਡਾਈਟ ਅੱਛਾ ਕੀਤੀ ਆਪਣੇ ਵੱਲੋਂ। ਵੈਸੇ ਆਪਸ ਦੀ ਗੱਲ ਹੈ, ਯਕੀਨ ਕਰੋ ਤੁਸੀਂ ਸ਼ਰਤ ਲਾ ਲਓ, ਰੋਟੀ ਖਾਣੀ ਤੁਸੀਂ ਸਭ ਤੋਂ ਘੱਟ ਤੁਸੀਂ ਖਾਣਾ, ਮੈਂ ਜ਼ਿਆਦਾ ਖਾਣਾ। ਬਾਕੀ ਲਾ ਲਓ ਸ਼ਰਤ। ਕੋਈ ਨਹੀਂ ਉਹਨੂੰ ਲਾ ਲਓ ਉਹਨੇ ਨਾਲ ਹੀ ਚਰਬੀ ਦੀ ਗੋਲੀ ਖਾ ਲੈਣੀ। और बात कहने चलिए, बाद सारा आप क्या कह रही थी? मैं कह रही थी आप मॉडल बाजार नहीं जाती, वहाँ पर तो सस्ता मिलता है सब कुछ, बाहर से ज्यादा सस्ता मिलता है। हर इनफैक्ट जगह मॉडल बाजार available है ना। इन्फ्लेशन बाहर डबल है। मॉडल मॉडल बाजार ਤੁਹਾਡੇ ਕੋਲ तो ਬੰਡਾਲਾ रोड है, ये तो चले जाएगा। हर जगह लगे हुए हैं। हर मॉडल जगह टाउन नहीं में लगा लगे हुआ है, हुए। जोहर टाउन में लगा हुआ है और कई मॉडल बाजार लॉकडाउन लगे में नहीं हुए हैं। लगा हाँ हुआ है, जी, ऐसी लगी हुई है। ਜਾਣਦੇ ਮੁੰਡੇ ਤੋਂ Wholesale ਰਸਤੇ यार, लॉकडाउन जी नहीं है, टाउनशिप से है। कितने सस्ता बाजार लगे हो, बेचारी एक ग्रीन लुटी टाउन हुई टाउनशिप शाम पैंदी ते फिर ਓਏ ਨੂਰਾ ਜੀ ਨੇ ਕਿੱਥੇ ਕੁਕੜੀ ਖਰੀਦਣ ਜਾਣਾ, ਉਹ ਛੋਟਾ ਗੋਸ਼ਤ ਖਰੀਦਣ ਜਾਣਾ, छोटा ਆਪ ਨਹੀਂ गोश्त ਜਾਂਦੇ। हाँ। ये स्टार मुर्गे नहीं खाते हो, हाँ, ये मटन स्टार गोश्त खाते, मटन चटनी खाते हैं, है ना? दूसरे लोग जाते, ਉਹ ਨਹੀਂ नहीं ਜਾਂਦੇ। वैसे ही मैं चिकन तो ਨੂੰ ਛੱਡ जानना। ਦੇਣਾ ਚਾਹੀਦਾ ਹੈ, ਜਿਹੜਾ ਆਪਣੇ ਦੋ ਪੈਰਾਂ ਤੇ ਨਹੀਂ ਖੜਾ ਹੁੰਦਾ, ਉਹਨੇ ਕਿਸੇ ਨੂੰ ਕੀ ਤਾਕਤ जियो। ਦੇਣੀ ਮੈਨੂੰ ਇਹ ਦੱਸੋ। हाँ, ਵੈਰੀ ਨਾਈਸ। ਨਹੀਂ ਨਾਈਸ दो ਕੇਰੀ पैरा पे ਕਿਉਂਕਿ ਉਹ ਜਿਹੜੀ ਚਿਕਨ ਹੈ ਨਾ, ਜਿਹੜੀ ਅੱਜਕੱਲ ਦੀ ਕੁਕੜੀ। ਬਹੁਤ ਜ਼ਿਆਦਾ ਚਿਕਨ ਦੀ ਜਿਹੜੀ आजकल दी चिकन कुकड़ी अंग्रेजी ਉਹ हैगी ਸਭ है। ਤੋਂ ਜ਼ਿਆਦਾ ਮੁਰਗੀ ਹੀ ਵਿਕਦੀ ਪਈ ਹੈ। हाँ। ਸਸਤੀ ਹੈ क्योंकि ਤੁਸੀਂ वो ਥੋੜਾ ਗੋਸ਼ਤ ਲੈ ਲਓ, ਬੱਕਰੇ ਦਾ ਲੈ ਲਓ, ਮਜ਼ਾਕ ਨਹੀਂ ਹੋ ਰਿਹਾ ਬੀਬੀ, ਮੈਂ ਸਹੀ ਕਹਿ ਰਹੀ ਹਾਂ। ਜਿਹੜਾ ਮਜ਼ਾਕ ਕਰਨਗੇ ਮਜ਼ਾਕ ਉਹਨੂੰ ਸਮਝਿਆ। ਸਾਰੀ ਸਮਝ मैं ਆਏਗੀ। कह रही हूं ना, ਤੁਹਾਡੀ ਕੋਈ ਗੱਲ ਮਾਈਂਡ ਇਹ ਕੀਤੀ मजाक है। नहीं हो चिकन रहा। वाली गल तेरे पहले में गल्ला हो इन्फॉर्मेशन दी सी। पहले पूछ लो गिला की हैगा और मुझे- दूर मुझे करो सब फिर पता गल चलता करना है कि कौन ਕਿਸੇ ਦਾ ਐਕਸਪ੍ਰੈਸ਼ਨ ਕੀ ਹੈ ਤੇ ए, ਬੋਲਣ ਦੇ ਕੀ ਅੰਦਾਜ਼ ਨੇ, ਸਾਰਾ ਚਲੋ, ਪਤਾ ਹੈ। ਅਸੀਂ ਅੱਛਾ। ਪੂਰੇ ਜ਼ਮਾਨਾ ਸਾਥੋਂ ਫਿਰਿਆ। अच्छा मैंने ये दसो कि कुकड़ी का गोश्त बेहतर है या बकरे का गोश्त बेहतर है? कुकड़ी ਦਾ ਗੋਸ਼ਤ ਹੁੰਦਾ ਹੈ। शुमाइला अब आप बकरा खाना शुरू कर दें, I'm telling you। ਦੇਸੀ ਮੁਰਗੀ ਦਾ ਇਹ ਖਾਤੀ ਤੁਸੀਂ ਹੋ ਕਹਿ ਸਕਦੇ ਹੋ, ਦੇਸੀ ਮੁਰਗੀ ਦਾ ਗੋਸ਼ਤ better पर एवे कि जे बंदा गरीब होवे, देसी कुकड़ी 1200 रुपए किलो है, ठीक है, ते वो गरीब होवे तो उसने गोश्त भी खाना है बच्चे ਜ਼ਾਹਿਰ ने। ਫਿਰ ਉਹ ਤਾਂ ਮੁਰਗੀ ਖਾਏਗਾ हाँ बेचारा। मैं वेख्या ਫਿਰ लोग ਉਹਦੀ ਸਿਹਤ ਵੀ ਮੁਰਗੀ ਵਰਗੀ ਹੋਏਗੀ। हाँ तो की करे फिर प्रोटीन भी तो खानी है। अच्छा बिल्कुल नहीं। अच्छा मैंने ਸਹੀ ਕਹਿ ਰਹੀ ਹੈ ਨਾ, एक चीज ਜਿਨ੍ਹਾਂ ਜਿਹੜੇ ਡਾਈਟ ਕਰਦੇ ਨੇ ਲੋग, हाँ ਇਹ ਵੇਖੋ ਡਾਈਟ मैं योगा करती हूँ। बदूल जी आपको तो नहीं कहा। नहीं बदूल जी एक मिनट मेरी बात सुनो, एक मिनट आपने शुमाइला से होते होते इधर आ गए। नहीं एक मिनट नूरलाल जी आप मैंने गुस्सा करा दिया। आप इतना भी ना गुस्सा नहीं मुझे अगर मैं गुस्सा अच्छा, कर तब चलो से भाई आप मुकाओ बोल रहे हैं सब। नहीं मैं नहीं चुप करके नहीं, सुन आपकी रही बात- हूँ। नहीं, आप यार। मैं बोल रही हूँ तो सब नहीं, करेंगे। नहीं, यार ये अच्छी बात है यार हम अच्छी इनकी बात बात है, एंजॉय कर रहे हैं। हाँ कर रहे हैं, हमने गाना एंजॉय नाम किया ही नहीं लिया। लेकिन यार योगा करना भी अच्छी बात है, चिकन हाँ। खाना अच्छी योगा तो सबसे बेस्ट है, यकीन करें। हाँ, ए, वो आप बतूल जी जो जड़ी जितने ने भी एक्सरसाइज artist कर हैं दी ना, योगा Bollywood में, एक्सरसाइज है यकीन करें वो योगा करते हैं। योगा से बीमारियां नहीं लगती। आप कौन सी योगा से- एक्सरसाइज करती हैं? जी? आप क्या करती हैं?
मैं तो कुछ भी नहीं करती, आप तलकीन करती हैं, मुझे टाइम आपको नहीं, आप जरूरत ही नहीं तलकीन है। करती मेरे हैं, घर में, मेरे अपनी फैमिली में मुझे टाइम नहीं है। तलकीन करती हैं। हाँ, अच्छा एक लेकिन मैं ये है कि मैंने डाइट से 2 साल पहले, मुझे याद है, मैंने आप भी क्या करते हैं? बहुत मुर्गी खाई है। हाँ, तो मैं तुम्हें बस बतूल जी तो सीखा है योगा, आप क्या करते और हैं? थोड़ी देर बाद में योगा शुरू हो जाएगा। सिर्फ ये नहीं, बहुत बड़ी मसला और भी कुछ है। योगा सिर्फ ये नहीं है। योगा कर रही है ना, आपका तो माशाल्लाह, आपको तो जिंदगी में कोई बीमारी नहीं लगी। योगा इंशाल्लाह करने वाले को कभी भी कोई बीमारी नहीं लगी। स्विमिंग करने वाले का की हिसाब है। फिटनेस का राज भी यही है। हाँ, अच्छा किसी मैं भी करना मैं मेडिटेशन होती है ना, मेडिटेशन यार मैं सिर्फ शुमाइला इसमें चीज ऐड करना चाह रही हूँ, खाने पीने की बात हो रही है। एक किताब है द मॉन्क हू सोल्ड हिज फरारी, और उसमें शायद 12 ज़बानों में उसका तर्जुमा छपा है, और उसमें एक कॉन्सेप्ट है जो मुझे बहुत अट्रैक्ट करता था। बीइंग अ मुस्लिम हम उससे डिसएग्री भी कर सकते हैं, लेकिन बीइंग अ ह्यूमन मुझे वो बहुत अट्रैक्ट किया। वो ये कि जो हम गोश्त खाते हैं, मतलब ठीक है आप खाएं, इट्स अ ग्रेट सोर्स ऑफ प्रोटीन एंड अदर एनर्जी, लेकिन जब हम ऐसी चीजें खाते हैं ना जो लिविंग थिंग्स होती है, फॉर एग्जांपल सब्जियां या फ्रूट या हर वो चीज जिसका बीज जब आप डालेंगे तो एक जिंदगी निकलेगी, इट वर्क्स बेटर ऑन योर बॉडी एंड आई डू इट। बिल्कुल कुछ दुरुस्त कह रहे हो वैसे। that is good, but हाँ. the problem is this, that 8 essential amino acids is not हाँ. present in the plant protein. जी जी, So you लेकिन have ये to कि eat the meat मुझे वो सूट भी to get करता है, that. मुझे अट्रैक्ट भी करता है, तो मैं अक्सर लोगों को बताती और वैसे भी एक चीज नोटिस की होगी कि बहुत हैवी मीट लेने तो बाद ना इंसान थोड़ा सा लथार्जिक हूँ। लेजी और बिल्कुल नहीं, अब अगर आप lazy मीट feel खाते हो तो बिल्कुल। उसमें सब्जी डालो, अल्लाह की जो नेमतें हैं वो डालो, कचनार और शोरबे के साथ थोड़ी कभी ਜਿਹੀ भी आप- टाइम वास्ते करेले। आंदी है, 3-4 ਵਾਰੀ ਬਾਕੀ ਜਾਂਦੀ मेरा ख्याल है कि एक टाइम ਤੁਸੀਂ गोश्त खाओ, एक टाइम ਤੁਸੀਂ फुल सब्जी का बाउल पूरा बना डाइट के प्लान वो बना के खाओ, प्रोग्राम खत्म ठीक हो है। हर वक्त तो गोश्त थोड़ी होता है, कभी दाल बनती है हमारे घर में, कभी बिरयानी बनती है, कभी सब्जी बनती है। ईद पे की ऐसे ही बंद होता है, ईद पे की ईद बंद है। गोश्त ही बनता है ना वैसे। बड़ी ईद पे, छोटी बड़ी ईद ईद पे। पे। अच्छा बतूल जी मिठे च ਤੁਹਾਨੂੰ ਕੀ ਪਸੰਦ ਹੈ ਵੈਸੇ? या मैनू मिठा बहुत बिल- पसंद है। अच्छा। हाँ, मतलब मिठा मेक्स माय माइंड क्रिएटिव एंड फास्टर। शुगर रश। हाँ, मे बी बट विद द पास ऑफ टाइम मैं रियलाइज किया कि मिठा भी होना चाहिए, बट इट शुड नॉट हैव वाइट शुगर इन इट। तो यू कैन हैव जैगरी गुड़ and you can have kheer without white sugar. Healthy मीठा, but a lot of मीठा. I like everything which is sweet, like हर चीज। जलेबी. जलेबी is too good. हाँ, जलेबी. लस्सी, और लस्सी पूरे रमजान में हमने मीठी लस्सी पी है, वो भी बड़े मजे की होती है। डार्क चॉकलेट्स यार कुछ होना चाहिए था यार, अभी मतलब तुम लोग इतना कुछ हाँ, ये ऐसी सबर करो जी, ਤੁਹਾਡੇ ਵਾਸਤੇ केक रखे है, don't worry, मीठा है। मिठे च दही तो खट्टा ਹੁੰਦਾ ਹੈ। नहीं नहीं, चीनी पा के बनता है। और जो दही। मट्टी ਦੇ बर्तन ने चुरांदी है ना, वो हाँ। मिठी होती है। हाँ। लेकिन अगर दही में खजूर डाले ना तो बहुत मजे का डिजर्ट। दही बहुत पसंद। दही में अच्छा, और ये भी बड़ी बिल्कुल दुरुस्त है। ਐਵੇਂ ਕਿ ਹੁਣ ਤੁਹਾਡੇ ਨਾਲ ਸਾਰਿਆਂ ਨਾਲ ਬੜੀ ਮਿੱਠੀ ਮਿੱਠੀ ਗੱਲਾਂ ਹੋ ਗਈਆਂ ਨੇ, ਪਰ ਮੈਂ ਕਹਿੰਦਾ ਕਿ ਤੁਸੀਂ ਜਾਂਦੇ ਵਾਰੀ ਜੇ ਕੋਈ ਆਪਣੇ ਵੱਲੋਂ ਕੋਈ ਐਡਵਾਈਸ, ਕੋਈ ਮਸ਼ਵਰਾ, ਕੋਈ ਈਦ ਮੁਬਾਰਕ ਜਾਂ ਕੋਈ ਗੱਲ ਜਿਹੜੀ ਤੁਸੀਂ ਸਮਝਦੇ ਹੋ ਕਿ ਇਹ ਮੈਂ ਦੇ ਦੇਵਾਂ, ਹੋ ਸਕਦਾ ਹੈ ਅੱਜ 10 ਸਾਲ ਬਾਅਦ 20 ਸਾਲ ਬਾਅਦ ਮੈਂ ਨੋਟ ਕਰਾਂ ਕਿ ਯਾਰ ਇਹ ਗੱਲ ਮੈਂ ਕੀਤੀ ਸੀ, ਸ਼ਾयद ਬੜੀ ਅੱਛੀ ਗੱਲ ਸੀ ਉਸ ਟਾਈਮ ਮੇਰਾ ਇਹ ਮੈਨੂੰ ਜ਼ਹਿਨ ਲੱਗਦਾ ਹੈ ਸੀ। ਕਿ ਜ਼ਿੰਦਗੀ 'ਚ ਹਮੇਸ਼ਾ ਗਿਵਿੰਗ ਐਂਡ ਤੇ ਰਹਿਣਾ ਚਾਹੀਦਾ ਹੈ। ਤੁਹਾਡੇ ਕੋਲ ਜੋ ਵੀ ਹੈ, ਇੱਜ਼ਤ ਹੈ, ਪੈਸਾ ਹੈ, ਪਾਵਰ ਹੈ, एनीथिंग यू शुड शेयर इट विद अदर्स। मेरा ब्रॉटअप भी यही सी, मैं अपने बच्चों को भी यही सिखाया क्योंकि अल्लाह का निज़ाम है। अल्लाह ने अगर तुहानू कुछ भी दिता है, यू आर बाउंड टू शेयर इट विद अदर्स। ऊपर वाला हाथ Giving नीचे and- वाले हाथ से और बेहतर। अगर आपका नुकसान भी हो रहा है, देने वाला तो हाथ लेने वाले हाथ से गिविंग एंड पे होना चाहिए। नहीं, वो मैं दोनों को और लोगों को अपनी नेमतें लोगों के साथ शेयर करनी चाहिए। कोई भी नहीं। हर्डल्स बहुत आती हैं, परेशानियां बहुत होती हैं। At times it seems that this is the end, but it's never the end. If you're consistent, then everything is easier for you. Just go with the flow. Go with the flow. मेरी के गो विद द फ्लो का मतलब है कि पानी वर्गी जिंदगी गुजारो। एग्जैक्टली, जिथे जा रहे और हैं, इसका मतलब ये होता है नाल-नाल कि चली मोल्ड जाओ। यू गेट मोल्डेड ਤੇ विद ਟਰਾਊਟ ਫਿਸ਼ ਨਾ ਬਣਨਾ, ਉਹਦੇ ਅਗੇਂਸਟ ਨਾ ਚੱਲਣਾ, ਕਿਉਂਕਿ ਟਰਾਊਟ ਫਿਸ਼ ਮਿਸਾਲ ਹੈ ਰੱਬ ਦੀ, ਉਹ ਪਾਣੀ ਦੇ ਅਗੇਂਸਟ ਚੱਲਦੀ ਪਰ ਉਹ ਵੀ ਸਕਸੈਸਫੁਲ ਹੈ ਜੀ। WhatsApp ਮੈਂ ਜੀ ਇਹੀ ਕਹਿਣਾ ਚਾਹਾਂਗਾ ਕਿ ਮੈਂ ਸੋਚਣਾ ਕਿ ਅਗਰ ਤੁਸੀਂ ਚਾਹੁੰਦੇ ਹੋ ਅੱਲਾਹ ਤਾਲਾ ਤੁਹਾਨੂੰ ਮਾਫ ਕਰ ਦੇ ਤੇ ਤੁਸੀਂ ਮਾਫ ਕਰੋ, ਲੋਕਾਂ ਨੂੰ ਮਾਫ ਕਰੋ, ਜ਼ਿਆਦਾ ਤੋਂ ਜ਼ਿਆਦਾ ਮਾਫ ਕਰੋ। ਕਿਸੇ ਨੇ ਕੁਝ ਵੀ ਕੀਤਾ ਹੈ ਕਿ ਕੋਈ ਵੀ ਚੀਜ਼ ਹੋਈ ਹੈ, ਦਰਗੁਜ਼ਰ ਕਰੋ। ਅਗਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਰੱਬ ਮਾਫ ਕਰ ਦੇ, ਪਹਿਲੇ ਮਾਫ ਕਰਨਾ ਸਿੱਖੋ, ਫਿਰ ਮਾਫੀ ਮੰਗੋ। WhatsApp ਦਾ ਮੈਸੇਜ ਹੈ ਤੇ ਉਹ ਟੀਚਰ ਸਾਹਿਬ ਨੂੰ ਕਿ ਜਿਹੜੀ ਇਹਨਾਂ ਨੇ ਕਮੀਜ਼ ਪਾੜੀ ਸੀ ਉਹ ਤੁਸੀਂ ਭੁੱਲ ਜਾਓ, ਇਹ ਮਾਫੀ ਮੰਗ ਰਿਹਾ ਹੈ, ਇਹਨੂੰ ਵੀ ਮਾਫ ਕਰ ਕਿੱਥੇ ਦਿਓ, ਕੈਮਰਾ? ਬੜੀ ਮਿਹਰਬਾਨੀ, ਸਰ ਸੌਰੀ ਬਹੁਤ ਸਰ, ਬਹੁਤ ਸ਼ੁਕਰੀਆ। ਸੌਰੀ ਸਰ,
ਅੱਛਾ ਨੂਰਨ ਜੀ ਤੁਹਾਡਾ ਕਿ ਮੈਂ ਮੈਸੇਜ ਦਿਆਂਗੀ ਬੁੱਲੇ ਸ਼ਾਹ ਸਰਕਾਰ ਦਾ ਸ਼ੇਰ ਉਹਦੇ ਨਾਲ ਅਗਰ ਮੈਸੇਜ ਦੇਣ ਦੀ ਜ਼ਿਆਦਾ ਅੱਛਾ ਲੱਗੇ ਬੁੱਲੇ ਸ਼ਾਹ ਅਸਮਾਨ ਦੀਆਂ ਤੁਸੀਂ ਬੜੀ ਉਂਗਲੀਆਂ ਸੋਹਣੀ ਫੜਦਾ ਪੰਜਾਬੀ ਬੋਲਦੇ ਪਤਾ ਤੁਹਾਨੂੰ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਤੁਹਾਡੀ। लेकिन अपना है ना जो मेहमान आए उन्होंने भी देखा करो अच्छी नजर आना ਕੋਈ ਗੱਲ ਨਹੀਂ थैंक Second क्यों मिले? यू जी बुल्ले शाह सरकार ਦਾ ਇੱਕ ਛੋਟਾ ਜਿਹਾ ਸ਼ੇਰ ਹੈ ਔਰ ਇਹ ਮੈਸੇਜ ਵੀ ਹੈ ਸਾਰਿਆਂ ਨੂੰ ਉਸ ਨਾਲ ਯਾਰੀ ਕਦੇ ਨਾ ਕਰੀਏ ਜਿਸ ਨੂੰ ਆਪਣੇ ਆਪ ਤੇ ਗੁਰੂ ਹੋ ਉਸ ਨਾਲ ਯਾਰੀ ਕਦੇ ਨਾ ਕਰੀਏ ਜਿਸ ਨੂੰ ਆਪਣੇ ਆਪ ਤੇ ਗੁਰੂ ਹੋਵੇ ਮਾਂ-ਬਾਪ ਨੂੰ ਬੁਰਾ ਕਦੇ ਨਾ ਕਰੀਏ ਮਾਂ-ਬਾਪ ਨੂੰ ਬੁਰਾ ਕਦੇ ਨਾ ਕਵੀਏ ਚਾਹੇ ਲੱਖ ਉਹਨਾਂ ਦਾ ਕਸੂਰ ਹੋਵੇ ਰਾਹ ਚਲਦੇ ਨੂੰ ਦਿਲ ਕਦੇ ਨਾ ਦੇਵੀਏ ਚਾਹੇ ਲੱਖ ਚਿਹਰੇ ਤੇ ਨੂਰ ਹੋਵੇ ਉਹ ਭੁੱਲਿਆ ਦੋਸਤੀ ਸਿਰਫ ਉੱਥੇ ਕਰੀਏ ਜਿੱਥੇ ਦੋਸਤੀ ਨਿਭਾਉਣ ਦਾ ਦਸਤੂਰ ਹੋ ਥੈਂਕ ਯੂ ਬਹੁਤ ਵਾਹ ਜੀ ਬਹੁਤ ਵਾਹ, ਵਾਹ ਜੀ ਵਾਹ। ਵੈਰੀ ਨਾਈਸ। ਅੱਛਾ ਇਸੀ ਖੂਬਸੂਰਤ ਸ਼ੇਰ ਦੇ ਨਾਲ ਕਿਦਾਂ ਇਹ ਸਾਰੀ ਟ੍ਰਾਂਸਮਿਸ਼ਨ ਖਤਮ ਹੋ ਗਈ ਪਤਾ ਹੀ ਨਹੀਂ ਚੱਲਿਆ। ਦਿਲ ਚਾਹ ਰਿਹਾ ਸੀ ਕਿ ਹਜੇ ਹੋਰ ਗੱਲਾਂ ਹੁੰਦੀਆਂ ਰਹਿੰਦੀਆਂ ਕਿਉਂਕਿ ਇੰਨੇ ਸੋਹਣੇ ਸੋਹਣੇ ਚਿਹਰੇ ਪ੍ਰੋਗਰਾਮ 'ਚ ਬੈਠੇ ਹੋਏ ਸੀ ਲੇਕਿਨ ਜ਼ਿੰਦਗੀ ਰਹੀ ਕਿਸਮਤੀਆਂ ਨਸੀਬ ਤੇ ਫਿਰ ਮੇਲੇ ਜਿਹੜੇ ਨੇ ਦੁਬਾਰਾ ਲੱਗਦੇ ਰਹਿਣਗੇ। भट्ट साहब, मुनीसे एंड बतूल आपका भी और नूरा जी ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਔਰ ਅੱਲਾਹ ਤਾਲਾ ਤੁਹਾਨੂੰ ਇਸ ਤਰ੍ਹਾਂ ਦੀਆਂ ਈਦਾਂ ਹਜ਼ਾਰਾਂ ਈਦਾਂ ਵਖਾਵੇ ਔਰ ਖੁਸ਼ੀਆਂ ਦਿਖਾਵੇ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਸਾਡੀ ਪੂਰੀ ਟੀਮ ਵੱਲੋਂ ਈਦ ਮੁਬਾਰਕ।